हाँ जी निजर साहब टाइम हो गया जी। हाँ जी आप शुरू कर रहे हैं जी तीसरी जी हैगी वाहिगुरु जी फतेह वीर जी। वाहिगुरु जी का खालसा वाहिगुरु जी की। हाँ जी निजर साहब की कह रहे थे आप? ਤੀਸਰੀ ਪੌੜੀ ਜਿਹੜੀ ਆਪਾਂ ਲੈ ਰਹੇ ਹਾਂ ਜੀ ਪੰਜਵੀਂ ਪਾਤਸ਼ਾਹੀ ਦੀ ਵਾਰ ਜਿਹੜੀ ਹੈ ਗੌੜੀ ਰਾਗ ਦੇ ਵਿੱਚ 318 ਅੰਗ ਦੇ ਉੱਤੇ 318 ਤੇ ਆਪਾਂ ਤੀਸਰੀ ਪੌੜੀ ਲੈ ਰਹੇ ਹਾਂ। ਮਹਾਰਾਜ ਮੇਹਰ ਕਰਨ ਸੰਗਤ ਜੁੜੀ ਹੋਈ ਆ, ਮਹਾਰਾਜ ਗਿਆਨ ਦੇਣ। ਸ਼ਲੋਕ ਮਹੱਲਾ ਪੰਜਵਾਂ। ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਇਹਦੇ ਵਿੱਚ ਇੱਕ ਭਲੇਰੀ ਵਰਡ ਆ ਰਿਹਾ ਆ। ਭਲਾ ਵਰਡ ਹੁੰਦਾ ਹੈ, ਭਲੇ ਲੋਕ, ਭਲਾ। ਇਹ ਭਲੇਰੀ ਜਿੱਥੇ ਰਾਰਾ ਲੱਗ ਜਾਏ, ਭਲੇਰੀ ਉਹ ਜਿਹੜਾ ਹੈ ਉਹਦਾ ਮਤਲਬ ਹੁੰਦਾ ਹੈ ਬਈ ਮੰਦੀ। ਬਾਣੀ ਦੇ ਵਿੱਚ ਭਲੇਰਾ ਵਰਡ ਆਊਗਾ। ਇਹ ਸੰਸਕ੍ਰਿਤ ਦੇ ਵਿੱਚ ਹੈਗਾ। ਉਹ ਸੰਸਕ੍ਰਿਤ ਤੋਂ ਜਿਹੜਾ ਹੈਗਾ ਇਹ ਅੱਖਰ ਜਿਹੜਾ ਹੈਗਾ ਪਿੱਛੇ ਜਿਹੜਾ ਹੈਗਾ ਲੱਗਿਆ ਉਹਦੇ। ਇਹਦਾ ਮਤਲਬ ਹੈ ਮੰਦੀ। ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਬਸ ਕਹਿੰਦੇ ਜੇ ਤੂੰ ਮਾਲਕ ਪਰਮਾਤਮਾ ਤੇਰੇ ਚਿੱਤ ਦੇ ਵਿੱਚ ਜਿਸ ਦਿਨ ਵੀ ਆ ਗਿਆ, ਜਿਸ ਦਿਨ ਵੀ ਤੇਰਾ ਧਿਆਨ ਮਾਲਕ ਵੱਲ ਹੋ ਗਿਆ, ਉਹ ਦਿਨ ਤੇਰਾ ਸੋਹਣਾ ਹੈਗਾ, ਸੁਹਾਵੜਾ ਹੈਗਾ, ਖੁਸ਼ਹਾਲੀ ਭਰਿਆ ਹੈਗਾ। ਤੇਰੇ ਵਾਸਤੇ ਜਿਹੜਾ ਹੈਗਾ ਬਹੁਤ ਹੀ ਭਾਗਾਂ ਵਾਲਾ ਦਿਨ ਹੈਗਾ ਉਹ। ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ। ਜਿਸ ਦਿਨ ਦੇ ਆਉਣ ਦੇ ਨਾਲ ਪਰਮਾਤਮਾ ਚੇਤੇ ਆ ਜਾਏ, ਉਹ ਦਿਨ ਭਾਗਾਂ ਵਾਲਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਕਹਿੰਦੇ ਜਿਸ ਦਿਨ ਉਹ ਮਾਲਕ ਪਰਮਾਤਮਾ ਚੇਤੇ ਨਹੀਂ ਆਇਆ, ਭਾਵੇਂ ਜਿਹੇ ਜਿਹਾ ਮਰਜ਼ੀ ਜਿਹੜੀ ਰੁੱਤ ਹੈਗੀ ਆ, ਜਿੱਥੇ ਮਰਜ਼ੀ ਏਸੀ 'ਚ ਬੈਠਾ ਹੈ, ਜੋ ਮਰਜ਼ੀ ਕਰ ਰਿਹਾ ਦੁਨੀਆ ਦੇ ਪਦਾਰਥ, ਕਹਿੰਦੇ ਭਲੇਰੀ ਰੁੱਤਿਆ, ਮਾੜੀ ਰੁੱਤਿਆ ਪਾਏ। ਮਾੜੀ ਰੁੱਤਿਆ। ਜੇ ਮਾਲਕ ਚੇਤੇ ਨਹੀਂ ਆ ਰਿਹਾ ਤੇ ਮਾੜੀ ਸੰਗਤ ਹੈਗੀ ਤੇਰੀ, ਮਾੜੀ ਸੰਗਤ ਹੈ ਪਿਆਰਿਆ, ਮਾੜੀ ਸੰਗਤ ਹੈਗੀ ਆ। ਸ਼ਲੋਕ ਮਹੱਲਾ ਪੰਜਵਾਂ। ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ। ਜਿਤ ਦਿਨੇ ਵਿਸਰੈ। ਦਿਨੇ ਨੰਨੇ ਨੂੰ ਸਿਆਰੀ ਲੱਗੀ ਹੋਈ ਹੈ। ਜਿਸ ਦਿਨ ਦੇ ਨਾਲ ਵਿਸਰ ਜਾਂਦਾ ਹੈ ਉਹ ਮਾਲਕ ਪਰਮਾਤਮਾ, ਫਿੱਟ ਭਲੇਰੀ ਰੁੱਤ। ਫਿਟਕਾਰ ਹੋ ਗਿਆ ਭਲੇਰੀ ਮੰਦੀ ਰੁੱਤ, ਉਹ ਰੁੱਤ ਮੰਦੀ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਜਿੱਦਾਂ ਲੜੀਵਾਰ ਬਾਣੀ ਚੱਲ ਰਹੀ ਸੀ ਕੱਲ ਵੀ ਤੇ ਪਰਸੋਂ ਵੀ, ਆਪਾਂ ਵਿਚਾਰ ਕੀਤੀ ਸੀ ਕਿ ਗਿਆਨ, ਧਿਆਨ ਤੇ ਕਰਮ ਇਹ ਬਹੁਤ ਹੀ ਪਾਵਰਫੁਲ ਤਿੰਨ ਪਿੱਲਰ ਹਨ ਆਤਮ ਗਿਆਨ ਤੱਕ ਪਹੁੰਚਣ ਦੇ ਲਈ। ਇੱਕ ਵੀ ਨਹੀਂ ਹੋਊਗਾ ਇਹਨਾਂ ਦੇ ਵਿੱਚੋਂ ਮਿਸ ਹੋਊਗਾ ਤੇ ਨਹੀਂ ਪਹੁੰਚ ਪਾਵਾਂਗੇ ਭਾਈ। ਹਾਂ ਇਹ ਬਹੁਤ ਇੰਪੋਰਟੈਂਟ ਹੈ। ਇੱਥੇ ਜਿੱਥੇ ਵੀ ਫੇਲ ਹੋ ਗਏ, ਇਹ ਤਿੰਨ ਜਿੱਦਾਂ ਗੱਡੀ ਦੇ ਟਾਇਰ ਨਹੀਂ ਹੁੰਦੇ ਟੈਂਪੂ ਦੇ, ਹਾਂ ਉਹ ਸਿਸਟਮ ਜੋ ਇਹ ਤਿੰਨੇ ਚੱਲਣਗੇ ਤੇ ਕੰਮ ਹੋਣਾ ਹੈ। ਫਿਰ ਇਹ ਪਰਮ ਜੀਵਨ, ਮੋਕਸ਼ ਕਹਿ ਲਓ, ਪਰਮ ਆਨੰਦ ਕਹਿ ਲਓ, ਮਰਨ ਜੰਮਣ ਤੋਂ ਮੁਕਤੀ ਕਹਿ ਲਓ, ਕੁਛ ਵੀ ਕਹਿ ਲਓ, ਇਹ ਇੱਕੋ ਚੀਜ਼ ਆ। ਇਹ ਉਹ ਇੱਕ ਟਾਰਗੇਟ ਆ। ਉੱਥੋਂ ਤੱਕ ਪਹੁੰਚਣ ਦੇ ਲਈ ਇਹ ਤਿੰਨੇ ਚੀਜ਼ਾਂ ਬਹੁਤ ਜ਼ਰੂਰੀ ਨੇ। ਔਰ ਤਿੰਨਾਂ ਚੀਜ਼ਾਂ ਦੇ ਵਿੱਚ ਕਿਵੇਂ ਆਪਾਂ ਮੁਹਾਰਤ ਪ੍ਰਾਪਤ ਕਰਨੀ ਹੈ, ਇਸ ਦੇ ਲਈ ਆਪਾਂ ਬਾਣੀ ਪੜ੍ਹ ਰਹੇ ਕਿ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ ਬਾਣੀ। ਫਿਰ ਆਪਾਂ ਇਹਦਾ ਅਭਿਆਸ ਵੀ ਕਰਨਾ ਹੈ। ਬਾਣੀ ਤੇ ਕਹਿੰਦੀ ਆ ਤੇ 2 ਟਾਈਮ ਕਰੋ, ਸਵੇਰੇ ਤੇ ਸ਼ਾਮ। ਤੁਸੀਂ ਵੱਧ ਕਰ ਸਕਦੇ ਜੋ, ਪਰ ਘੱਟੋ ਕਹਿੰਦੇ 2 ਟਾਈਮ ਕਰੋ ਤਾਂ ਜੋ ਜ਼ਿਆਦਾ ਪ੍ਰੋਗਰੈਸ ਹੋ ਸਕੇ। ਬਿਲਕੁਲ 2 ਟਾਈਮ, ਕਿਉਂਕਿ 2 ਟਾਈਮ ਬਿਲਕੁਲ ਐਸੇ ਟਾਈਮ ਹੈਗੇ ਕਿ ਜਦ ਆਪਾਂ ਜਿਹੜੇ ਹੈਗੇ ਆਤਮਾ ਤੋਂ ਨਿਕਲਦੇ ਆ ਜਾਂ ਜਾਂਦੇ ਆ।
ਬਿਲਕੁਲ ਵਧੀਆ ਟਾਈਮ ਹੈਗੇ। ਥੋੜੀ ਜੀ ਇਨਪੁਟ ਦੇ ਨਾਲ ਜ਼ਿਆਦਾ ਆਊਟਪੁੱਟ ਆਏਗੀ। ਹਾਂ, ਥੋੜਾ ਜਿਹਾ ਵੀ ਆਪਾਂ ਇੱਧਰ ਗਤੀ ਕਰਾਂਗੇ ਤੇ ਜ਼ਿਆਦਾ ਪ੍ਰੋਗਰੈਸ ਆ ਜਾਏਗੀ, ਪ੍ਰਾਪਤੀ ਹੁੰਦੀ, ਪ੍ਰੋਗਰੈਸ ਜ਼ਿਆਦੀ। ਕੰਮ ਥੋੜਾ ਹੋਵੇ ਜਾਂ ਜ਼ਿਆਦਾ ਹੋਵੇ, ਪਰ ਤੁਹਾਨੂੰ ਪਤਾ ਕੰਮ ਤੇ ਕੀਤੇ ਨਿਬੜਨਾ। ਕਈ ਵਾਰੀ ਆਪਾਂ ਕੰਮ ਪੋਸਟਪੋਨ ਕਰੀ ਜਾਂਦੇ ਆ, ਕੰਮ ਤੇ ਉੱਥੇ ਖਲੋਤਾ। ਬਿਲਕੁਲ ਦੇਖ ਲਓ ਤੁਹਾਡੇ ਪੂੰਜੀ ਜਿੱਥੇ ਗੋਰਖੀ ਸਾਹਿਬ ਥੋੜੀ ਜੀ ਪੂੰਜੀ ਲੱਗੇ ਔਰ ਪ੍ਰੋਫਿਟ ਜਿਹੜਾ ਹੈਗਾ ਕਈ ਗੁਣਾ ਹੋ ਜਾਏ ਫਿਰ ਆਪਾਂ ਨੂੰ ਉਹ ਕੰਮ ਕਰਨਾ ਚਾਹੀਦਾ। ਦੁਨੀਆ 'ਚ ਤਾਂ ਆਪਾਂ ਇਸ ਤਰ੍ਹਾਂ ਹੀ ਕਰਦੇ। ਸਹੀ ਗੱਲ ਇੱਕ ਨਿੱਜਾ ਸਾਹਿਬ, ਇੱਕ ਇਨਸਾਨ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ, ਇਹ ਕੇਵਲ ਉਸ ਕੰਮ ਨੂੰ ਹੀ ਕਰਨਾ ਚਾਹੁੰਦਾ ਹੈ ਜਿਸ ਕੰਮ ਨੂੰ ਕਰਨ ਵਿੱਚ ਇਹਨੂੰ ਮਜ਼ਾ ਆਉਂਦਾ। ਹੁਣ ਤੁਸੀਂ ਵੇਖਿਆ ਕਈ ਬੱਚੇ ਦੁਪਹਿਰੇ ਕਿੰਨੀ ਗਰਮੀ ਹੁੰਦੀ ਆ, ਉੱਥੇ ਗੇਮਾਂ ਖੇਡੀ ਜਾਂਦੇ ਆ। ਤੁਸੀਂ ਬੱਚੇ ਪੜ੍ਹਾਈ ਕਰਦੇ ਹੁਣ, ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਜਾਓ ਖੇਡੋ ਮੱਲੋ, ਵੇਖਿਓ ਉਹਨਾਂ ਦੇ ਚਿਹਰਿਆਂ ਤੇ ਕਿੰਨੀ ਖੁਸ਼ੀ। ਉਹ ਸਰੀਰਕ ਕਸ਼ਟ ਵੀ ਹੈਗਾ, ਪਰ ਉਹਨਾਂ ਨੂੰ ਚੰਗਾ ਲੱਗਦਾ ਹੈ। ਕਿਉਂ ਚੰਗਾ ਕਿਉਂਕਿ ਉਹਨਾਂ ਨੂੰ ਉਹ ਲਾਈਕ ਕਰਦੇ ਨੇ ਉਹਨੂੰ। ਇਸੇ ਹੀ ਤਰ੍ਹਾਂ ਜਦ ਤੱਕ ਅਸੀਂ ਧਰਮ ਨੂੰ ਲਾਈਕ ਨਹੀਂ ਕਰਦੇ, ਗਿਆਨ ਨੂੰ ਲਾਈਕ ਨਹੀਂ ਕਰਦੇ, ਕਰਮ ਨੂੰ ਲਾਈਕ ਨਹੀਂ ਕਰਦੇ, ਬੋਝ ਹੋ ਜਾਣਾ ਸ਼ੁਰੂ ਚ ਨਾ। ਜੇਕਰ ਤੁਸੀਂ ਪ੍ਰੋਪਰ ਗਿਆਨ, ਪ੍ਰੋਪਰ ਗਾਈਡੈਂਸ ਦੇ ਬਿਨਾਂ ਇਹ ਗਤੀ ਇੱਧਰ ਕਰਦੇ ਜੋ, ਤਾਂ ਵੇਖੋ ਲੋਕੀ ਨਿਰਾਸ਼ ਹੋ ਜਾਂਦੇ ਨੇ। ਉਹ ਪ੍ਰਾਪਤੀ ਕੁਛ ਨਹੀਂ ਹੋਇਆ, ਮਾਂ ਦਾ ਸਿਰ ਚੱਲੇ ਬਥੇਰਾ ਪਹੁੰਚੇ ਕਿਤੇ ਨਹੀਂ। ਉਹ ਬੰਦੇ ਨਿਰਾਸ਼ ਹੋ ਜਾਂਦੇ ਆ। ਫਿਰ ਉਹ ਜਿੱਥੇ ਜਾਂਦੇ ਵੀ ਆ ਉਹ ਵੀ ਕਹਿ ਕੁ ਛੱਡਦੇ ਆ, ਠੀਕ ਹੈ ਤੁਹਾਡੇ ਚ ਕਮੀ ਆ। ਅਗਲੇ ਵੀ ਚੁੱਪ ਕਰਕੇ ਬਹਿ ਜਾਂਦੇ ਆ, ਜਾਂ ਸ਼ਾਇਦ ਸਾਡੇ ਚ ਕੋਈ ਕਮੀ ਹੋਵੇ, ਇਸ ਕਰਕੇ ਫਲ ਨਹੀਂ ਮਿਲਿਆ ਸਾਡਾ, ਮਤਲਬ ਉੱਥੇ ਉਹਨਾਂ ਸਮਾਂ ਦਿੱਤਾ ਨਹੀਂ ਜਾ ਰਿਹਾ। ਏਦਾਂ ਦੇ ਬਹਾਨੇ ਹਨਾ ਨੇ ਜੈਸਾ। ਬਿਲਕੁਲ ਉਹ ਕਹਿਣਗੇ ਵਿਧੀ ਅਨੁਸਾਰ ਨਹੀਂ ਕੀਤਾ ਤੁਸੀਂ, ਵਿਧੀ ਅਨੁਸਾਰ ਬਸ। ਹਾਂ, ਵਿੱਚ ਤੂੰ ਕੋਈ ਗੜਬੜ ਕਰਤੀ ਹੈ, ਜਿੱਦਾਂ ਮਤਲਬ ਉਹ ਕੰਮ ਹੋਣ ਦੇ ਵਿੱਚ ਕੁਛ ਦੀ ਉਲੰਘਣਾ ਕਰਤੀ, ਇਸ ਕਰਕੇ ਕਾਰਜ ਨਹੀਂ ਪੂਰਾ ਹੈ। ਪਰ ਏਦਾਂ ਦੀ ਗੇਮ ਤੇ ਹੈ ਹੀ ਨਹੀਂ। ਏਦਾਂ ਦੀ ਉਲੰਘਣਾ ਦਾ ਕੋਈ ਮੈਟਰ ਨਹੀਂ ਹੈਗਾ। ਤੁਸੀਂ ਕੋਈ ਕੰਮ ਕਰੋ, ਭਾਵੇਂ 5% ਹੀ ਕਰੋ, ਕੰਮ ਤੇ ਹੋਣਾ ਚਾਹੀਦਾ ਨਾ ਅਗਲੇ ਬੰਨੇ। ਇਹ ਪ੍ਰਕਿਰਤੀ ਹੈ। ਜੋ ਤੁਸੀਂ ਕਰੋ ਏਦਾਂ ਥੋੜੀ ਕਿ ਸਾਰਾ ਹਵਾ 'ਚ ਤੀਰ ਹੋ ਜਾਊਗਾ। ਜਿਹੜਾ ਤੁਸੀਂ ਇੱਟਾਂ 2 4 5 ਇੱਟਾਂ ਰੱਖੀਆਂ ਨੇ ਨੀਂਹ ਦੇ ਉੱਤੇ, ਉਹ ਤੇ ਉੱਥੇ ਹੈਗੀਆਂ ਨੇ ਨਾ, ਉਹ ਥੋੜੀ ਉੱਡ ਚੱਲੀਆਂ। ਗੋਰਖੀ ਸਾਹਿਬ ਮਹਾਰਾਜ ਕਹਿੰਦੇ ਆ, ਮੈਨੂੰ ਜਿਹੜਾ ਹੈਗਾ ਮੈਂ ਤੇਰੀ ਭਗਤੀ ਕਰਨ ਲੱਗਾ ਆ, ਤੇ ਮੈਨੂੰ ਜਿਹੜਾ ਹੈਗਾ ਭਗਤੀ ਕਰਨ ਦੇ ਟਾਈਮ ਰਾਹਦਾਰੀ ਚਾਹੀਦੀ ਆ, ਮੈਨੂੰ ਤੋਸਾ ਚਾਹੀਦਾ ਵੀ ਮੈਂ ਜਿੰਨੀ ਮਿਹਨਤ ਕਰਾਂ ਮੈਨੂੰ ਉਹਦਾ ਫਲ ਨਾਲ ਦੀ ਨਾਲ ਮੈਨੂੰ ਖਾਣ ਨੂੰ ਦੇ। ਮੈਨੂੰ ਨਹੀਂ ਇਸ ਤਰ੍ਹਾਂ ਸੁੱਕੀ ਭਗਤੀ ਚੱਲਣੀ। ਮੈਂ ਸਰਪ੍ਰਾਈਜ਼ ਵਾਲਾ ਕੰਮ ਨਹੀਂ ਕਰਾਂਗਾ। ਮੈਨੂੰ ਔਨ ਦਾ ਸਪੌਟ ਕੁਛ ਨਾ ਕੁਛ ਮਿਲਣਾ ਚਾਹੀਦਾ ਬਸ। ਔਰ ਇਹ ਸੱਚ ਹੈ, ਤੁਹਾਡਾ ਮਨ ਨਿਰਵਿਚਾਰ ਹੋਇਆ, ਭਾਵੇਂ 1 ਮਿੰਟ ਲਈ ਹੋਇਆ, ਭਾਵੇਂ 1 ਛਣ ਦੇ ਲਈ। ਕਬੀਰ ਸਾਹਿਬ ਤੇ ਕਹਿੰਦੇ ਆ ਕਿ 1 ਛਣ ਦੇ ਵਿੱਚ ਵੀ ਉਹ ਉੱਥੇ ਆਨੰਦ ਦੀ ਜਿਹੜੀ ਝੁਨਕਾਰ, ਉਹ ਠੰਡੀ ਹਵਾ ਆਏਗੀ, ਹਵਾ ਦਾ ਬੁੱਲਾ ਇੱਕ ਵੀ ਆ ਜੇ ਨੀਚੇ, ਸਭ ਮਜ਼ਾ ਤੇ ਆਉਂਦਾ ਨਾ। ਬਿਲਕੁਲ ਆਉਂਦਾ। ਹਾਂ, ਇਸੇ ਤਰ੍ਹਾਂ ਠੀਕ ਹੈ ਜੀ। ਹੁਣ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ। ਇੱਥੇ ਚਿੱਤ ਦਾ ਮਤਲਬ ਇਹ ਹੈ ਭਗਤੀ, ਚੇਤੇ ਆ ਜੇ। ਹਾਂ, ਤੇ ਭਗਤੀ ਕਰਨੀ ਆ, ਉਹ ਬੜਾ ਵਧੀਆ ਦਿਨ ਹੈ। ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਚੇਤੇ ਆਊਗੀ ਕੋਲੀ, ਤੇ ਤਾਂ ਹੀ ਕੋਈ ਕੰਮ ਕਰੋਗੇ। ਜੇ ਚੇਤੇ ਹੀ ਨਹੀਂ ਆਈ, ਬਸ। ਹਾਂ, ਹੁਣ ਕਈ ਕਹਿੰਦੇ ਨਾ ਕਿ ਮੈਂ ਨਾ ਯਾਰ ਤੁਹਾਡੇ ਕੋਲ ਆਉਣਾ ਹੀ ਪਰ ਆਇਆ ਨਹੀਂ। ਕਿਉਂ ਨਹੀਂ? ਕਿਉਂਕਿ ਚਿੱਤ ਨੇ ਕਿਹਾ ਵਾ ਕਿ ਇਹ ਬਹੁਤਾ ਇੰਪੋਰਟੈਂਟ ਕੰਮ ਨਹੀਂ ਹੈ, ਛੱਡ ਖੜਾ, ਫਿਰ ਕਿਤੇ ਕਰ ਲਾਂਗੇ। ਜਿਹੜਾ ਇੰਪੋਰਟੈਂਟ ਕੰਮ ਹੈ ਬੰਦਾ ਉੱਥੇ ਕਿਉਂ ਪਹੁੰਚ ਜਾਂਦਾ? ਕਿਉਂਕਿ ਚਿੱਤ ਦੇ ਵਿੱਚ ਹੈਗੀ ਇਹ ਚੀਜ਼। ਠੀਕ ਹੈ ਜੀ। ਔਰ ਗੋਰਖੀ ਸਾਹਿਬ, ਚਿੱਤ ਜਿਹੜਾ ਹੈਗਾ ਨਾ, ਔਰ ਉਹ ਪਰਮਾਤਮਾ ਜਿਹੜਾ ਹੈਗਾ, ਉਹਦਾ ਤਾਂ ਕੋਈ ਰੂਪ ਰੇਖ ਰੰਗ ਨਹੀਂ ਆ। ਉਹ ਚਿੱਤੇ ਕਿਵੇਂ ਆਊਗਾ ਇੱਥੇ? ਫਿਰ ਜਿਹੜਾ ਹੈਗਾ ਫਿਰ ਕੋਈ ਫੋਟੋ ਫਾਟੋ ਕੱਢ ਲੈਣੀ ਆ। ਉਹ ਪਰਮਾਤਮਾ ਜਿਹੜਾ ਤੂੰ ਆਪਣੇ ਮਨ ਨੂੰ ਜਿਹੜਾ ਨਿਰਵਿਚਾਰ ਕਰ, ਵਿਚਾਰ ਬੰਦ ਕਰ, ਮਾਇਆ ਨੂੰ ਚੇਤੇ ਕਰਨਾ ਬੰਦ ਕਰ ਦੇ। ਮਾਲਕ ਤਾਂ ਚੇਤੇ, ਮਾਲਕ ਦੇ ਵਿੱਚ ਤਾਂ ਬੈਠਾ ਹੈ, ਆਤਮਾ ਦੇ ਨੇੜੇ। ਹਾਂ ਨਿੱਜਰ ਸਾਹਿਬ, ਜਦੋਂ ਸੰਸਾਰ ਦਾ ਚੇਤਾ ਖਤਮ ਹੋ ਜਾਂਦਾ ਨਾ, ਤੇ ਕੇਵਲ ਪਰਮਾਤਮਾ ਦਾ ਚੇਤਾ ਹੀ ਰਹਿ ਜਾਂਦਾ। ਬਸ ਬਿਲਕੁਲ ਇਹੀ ਗੱਲ ਹੈ। ਹਾਂ, ਵਿਚਾਰ ਖਤਮ ਹੋ ਗਏ ਨਾ, ਤੇ ਆਟੋਮੈਟਿਕਲੀ ਪਰਮਾਤਮਾ ਹੀ ਤੁਹਾਡੇ ਚਿੱਤ 'ਚ ਰਹਿ ਜਾਣਾ। ਹੋਰ ਤੇ ਕੁਛ ਹੈਗਾ ਨਹੀਂ ਉੱਥੇ। ਹਾਂ, ਉੱਥੇ ਤੁਸੀਂ ਪਹੁੰਚ ਗਏ। ਜਿੱਥੇ ਪਹੁੰਚਣ ਵਾਸਤੇ ਕਬੀਰ ਸਾਹਿਬ ਜੀ, ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਉੱਥੇ ਤੇਰਾ ਪਹੁੰਚਣਾ ਬੜਾ ਜ਼ਰੂਰੀ ਆ। ਕਿਉਂਕਿ ਉੱਥੇ ਤੇਰੀ ਸੁਰਤ, ਮਤ, ਮਨ, ਬੁੱਧ ਨੇ ਪਿਓਰੀਫਾਈ ਹੋਣਾ, ਪਿਓਰ ਹੋਣਾ। ਪਿਓਰ ਦਾ ਮਤਲਬ
ਉਹ ਮਤਲਬ ਜਿੱਦਾਂ ਸੁਹਾਗਾ ਦੇ ਸੰਪਰਕ ਜਦੋਂ ਸੋਨਾ ਹੁੰਦਾ ਹੈ ਤੇ ਉਹ ਕੀ ਕਰਦਾ ਕਿ ਉਹਦੀ ਮਲੀਨਤਾ ਨੂੰ ਦੂਰ ਕਰਦਾ, ਉਹਨੂੰ ਸ਼ੁੱਧ ਕਰ ਦਿੰਦਾ। ਇਸੇ ਹੀ ਤਰ੍ਹਾਂ ਜਦੋਂ ਅਸੀਂ ਆਤਮਾ ਦੇ ਸੰਪਰਕ ਚ ਆਉਂਦੇ ਹਾਂ ਨਿਰਵਿਚਾਰ ਹੋ ਕੇ, ਉਸ ਤੋਂ ਬਾਅਦ ਹੀ ਤੇ ਸਾਡੇ ਅੰਦਰ ਦੀ ਮਲੀਨਤਾ ਦੂਰ ਹੋਣੀ ਹੈ। ਜਿਹੜੀ ਚੀਜ਼ ਖਰਾਬ ਹੋ ਗਈ ਉਹਨੇ ਸਹੀ ਹੋਣਾ। ਅਜੇ ਤੁਹਾਨੂੰ ਸਮਾਧੀ ਮਿਲੀ ਹੈ, ਹਜੇ ਤੁਸੀਂ ਸਹਿਜ ਸਮਾਧੀ ਚ ਪ੍ਰਵੇਸ਼ ਨਹੀਂ ਕੀਤਾ। ਜਿਹੜੀ ਤੁਸੀਂ ਆ ਸਮਾਧੀ ਅਨੁਭਵ ਕਰ ਰਹੇ ਜੋ ਨਾ, ਇਹ ਪ੍ਰੋਸੈਸ ਹੈਗਾ। ਹਜੇ ਆ ਰਹੇ ਜੋ, ਜਾ ਰਹੇ ਜੋ, ਆਪ ਉੱਥੇ ਪਹੁੰਚਦੇ ਜੋ, ਫਿਰ ਵਾਪਸ ਆ ਜਾਂਦੇ ਮਾਤਲੋਕ ਚ। ਪਰ ਇੱਕ ਸਮਾਂ ਆਊਗਾ ਜਦੋਂ ਸਾਰਾ ਕੁਝ ਸਹੀ ਹੋ ਗਿਆ, ਫਿਰ ਆਉਣਾ ਜਾਣਾ ਬੰਦ ਹੋ ਜਾਏਗਾ, ਕਿਉਂਕਿ ਤੁਹਾਡਾ ਉੱਥੇ ਹੀ ਰਹਿਣਾ ਹੋ ਜਾਏਗਾ। ਤੁਸੀਂ ਉੱਥੋਂ ਬਾਹਰ ਨਹੀਂ ਨਿਕਲ ਸਕਦੇ, ਕਿਉਂਕਿ ਉਹਦਾ ਰੂਪ ਹੋ ਗਏ। ਹੁਣ ਰਾਮ ਕਬੀਰਾ ਇੱਕ ਬਏ ਕੋਈ ਨਾ ਸਕੇ ਪਛਾਣੀ। ਹੁਣ ਆਉਣ ਜਾਣ ਵਾਲਾ ਸਿਸਟਮ ਹੀ ਬੰਦ ਹੋ ਗਿਆ। ਪਰ ਆਉਣ ਜਾਣ ਦੇ ਸਿਸਟਮ ਦੇ ਵਿੱਚ ਇਸੇ ਦੇ ਦੁਆਰਾ ਜਿਹੜਾ ਹੈਗਾ ਉਹ ਸਹਿਜ ਸਮਾਧੀ ਮਿਲਣੀ ਹੈ। ਇੱਕਦਮ ਡਾਇਰੈਕਟ ਆਪਾਂ ਜੰਪ ਕਰਕੇ ਨਹੀਂ ਉੱਥੇ ਪਹੁੰਚ ਸਕਦੇ। ਹਾਂ, ਉਹ ਉੱਥੇ ਪਹਿਲਾਂ ਸ਼ੁਰੂਆਤ ਏਦਾਂ ਹੀ ਹੋਊਗੀ ਕਿ ਉਹ ਰਸਤਾ ਮੋਖਲਾ ਹੋ ਜਾਏਗਾ, ਫਿਰ ਸਹਿਜੇ ਆਓ ਜਾਓ। ਪਹਿਲਾਂ ਆਪਾਂ ਉੱਥੇ ਪਹੁੰਚਣਾ, ਤੇ ਉੱਥੇ ਪਹੁੰਚਣਾ ਜਿਹੜਾ ਵਾ ਉਹ ਸਭ ਤੋਂ ਇੰਪੋਰਟੈਂਟ ਹੈ। ਉੱਥੇ ਪਹੁੰਚ ਜਾਵਾਂਗੇ, ਉਸ ਤੋਂ ਬਾਅਦ ਫਿਰ ਸਾਡਾ ਉੱਥੇ ਘਰ ਬਣ ਜਾਏਗਾ। ਜਦੋਂ ਘਰ ਬਣ ਗਿਆ, ਫਿਰ ਆਪਣੇ ਆਪ ਹੀ ਗੇਮ ਜਿਹੜੀ ਸਿੱਧੀ ਹੋ ਜਾਣੀ। ਪਰ ਜਦ ਤੱਕ ਆਪਾਂ ਉੱਥੇ ਪਹੁੰਚਦੇ ਨਹੀਂ, ਸਮਝ ਲਓ ਅਜੇ ਆਪਾਂ ਚੱਲ ਰਹੇ ਹਾਂ। ਠੀਕ ਹੈ ਨਿਜਾ ਸਾਹਿਬ, ਅਗਲੀ ਤੁਕ ਬੋਲੋ। ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਿਸ ਦਿਨ ਵਿਸਰੇ ਪਾਰ ਬ੍ਰਹਮ, ਉਹ ਪਰਮਾਤਮਾ ਜਿਹੜੇ ਦਿਨ ਦੇ ਨਾਲ, ਜਿਹੜੇ ਦਿਨ ਆਉਣ ਦੇ ਨਾਲ ਪਰਮਾਤਮਾ ਚਿੱਤ 'ਚ ਨਾ ਆਏ, ਉਹਦਾ ਧਿਆਨ ਨਾ ਆਏ ਮਾਲਕ ਪਰਮਾਤਮਾ ਦਾ, ਤੂੰ ਸਹਿਜ ਸਮਾਧੀ ਸੁਣਨ ਦੇ ਵਿੱਚ ਜਾਂ ਭਗਤੀ ਨਾ ਕਰੇ ਭਗਤੀ, ਕਹਿੰਦੇ ਉਹ ਜਿਹੀ ਜੀ ਵੀ ਰੁੱਤ ਹੈਗੀ ਆ ਭਾਈ, ਫਿਟਕਾਰ ਯੋਗ ਆ ਤੇ ਮੰਦੀ ਰੁੱਤ ਹੈਗੀ। ਹਾਂਜੀ ਵੀਰ ਜੀ। ਹਾਂਜੀ, ਫਿਰ ਉਹ ਕਹਿੰਦੇ ਨੇ ਕਿ ਭਾਵੇਂ ਜਿਹੜੀ ਮਰਜ਼ੀ ਰੁੱਤ ਹੋਵੇ, ਜੇਕਰ ਤੈਨੂੰ ਪ੍ਰਮਾਤਮਾ ਦੀ ਯਾਦ ਨਹੀਂ ਆ ਰਹੀ, ਤੇਰੇ ਅੰਦਰੋਂ ਕੋਈ ਉਤਸ਼ਾਹ ਨਹੀਂ ਆ, ਤੇਰੇ ਅੰਦਰੋਂ ਕੋਈ ਖਿੱਚ ਨਹੀਂ ਆ, ਤੇ ਉਹ ਕਹਿੰਦੇ ਚੰਗੀ ਚੀਜ਼ ਨਹੀਂ ਆ। ਉਹ ਭਾਵੇਂ ਜਿਹੜੀ ਮਰਜ਼ੀ ਰੁੱਤ ਹੋਵੇ, ਹਾਂ, ਕਿਉਂਕਿ ਉਹ ਕੋਈ ਵਧੀਆ ਚੀਜ਼ ਨਹੀਂ ਆ। ਕਿਉਂਕਿ ਪ੍ਰਮਾਤਮਾ ਬਾਣੀ 'ਚ ਫਿਰ ਲਿਖਦੇ ਨੇ, ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋਗ। ਬਿਲਕੁਲ ਗੋਰਖੀ ਸਾਹਿਬ, ਦੇਖੋ ਜੇ ਪਰਮਾਤਮਾ ਚੇਤੇ 'ਚ ਨਹੀਂ ਆ ਤੇ ਆਪਣੀ ਯਾਤਰਾ ਜਿਹੜੀ ਹੈਗੀ ਆ, ਆਪਾਂ ਦੂਰ ਜਾ ਰਹੇ ਹਾਂ, ਮਾਲਕ ਤੋਂ ਦੂਰ ਜਾ ਰਹੇ ਹਾਂ। ਫਿਰ ਮਾਇਆ ਅਵੇ ਫਰਾਮ ਦੀ ਤੁਸੀਂ ਮਾੜਾ ਜਿਹਾ ਪਰਮਾਤਮਾ ਨੂੰ ਪਿੱਛੇ ਕਰ ਦੋਗੇ ਨਾ, ਤੁਹਾਡਾ ਸਾਰਾ ਕੁਝ ਉਲਟ ਪੁਲਟ ਹੋ ਜਾਣਾ ਵਾ। ਬਿਲਕੁਲ, ਆਪ ਸਮਝਦੇ ਜੋ ਨਾ। ਹਜੇ ਲੋੜ ਪੈਣੀ ਹੈ ਉਹਦੀ, ਅੱਗੇ ਜਾ ਕੇ ਨਹੀਂ ਲੋੜ। ਅੱਗੇ ਜਾ ਕੇ ਤੇ ਕੋਈ ਗੱਲਬਾਤ ਹੀ ਨਹੀਂ। ਫਿਰ ਰਾਮ ਕਬੀਰਾ ਇੱਕ ਬਏ ਤੇ ਫਿਰ ਨਹੀਂ ਕਹਾਣੀ, ਫਿਰ ਤੇ ਤੁਹਾਡੇ ਤੋਂ ਮਾੜਾ ਕਰਮ ਹੋ ਹੀ ਨਹੀਂ ਸਕਦਾ। ਬਿਲਕੁਲ, ਕਿਉਂਕਿ ਉਹ ਮਲੀਨਤਾ ਨਹੀਂ ਨਾ ਹੈਗੀ ਅੱਗੇ। ਹੁਣ ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਸਕਦਾ? ਜਦੋਂ ਤੁਸੀਂ ਵਰਤਮਾਨ ਕਾਲ ਰੂਪੀ ਧਾਰਾ ਚ ਆ ਕੇ ਬਹਿ ਗਏ ਨਾ ਨਿੱਜਰ ਸਾਹਿਬ, ਉੱਥੇ ਮਲੀਨਤਾ ਹੈ ਵੀ ਨਹੀਂ ਆ। ਉੱਥੇ ਭਵਿੱਖ ਕਾਲ ਤੇ ਭੂਤ ਕਾਲ ਨਹੀਂ ਹੈਗਾ। ਉੱਥੇ ਕੇਵਲ ਵਰਤਮਾਨ ਕਾਲ ਆ। ਜੋ ਸਾਹਮਣੇ ਸਿਚੁਏਸ਼ਨ ਆ, ਤੁਸੀਂ ਉਸ ਦੇ ਅਨੁਸਾਰ ਜੋ ਸਹੀ ਬਣਦਾ ਹੈ ਉਦਾਂ ਹੀ ਰਿਐਕਸ਼ਨ ਕਰਨਾ ਹੈ। ਤੁਸੀਂ ਉਦਾਂ ਹੀ ਕਰਮ ਕਰਨਾ ਹੈ। ਹੁੰਦੀ ਇਸ ਤਰ੍ਹਾਂ ਹੀ ਆ ਗੁਰਕੀ ਸਾਹਿਬ, ਬਿਲਕੁਲ ਇਸ ਤਰ੍ਹਾਂ ਹੀ ਹੁੰਦਾ, ਪ੍ਰੈਕਟੀਕਲੀ ਇਸ ਤਰ੍ਹਾਂ ਹੁੰਦਾ। ਹਾਂ, ਕਿਉਂਕਿ ਤੁਹਾਡੇ ਪਿੱਛੇ ਕੀ ਹੋਇਆ, ਉਹ ਅਗਲਾ ਪਿਛਲਾ ਅੱਗੇ ਕੀ ਹੋਊਗਾ, ਉਹ ਮੈਟਰ ਨਹੀਂ ਕਰੇਗਾ। ਉਦੋਂ ਤੇ ਇਹ ਮੈਟਰ ਕਰੇਗਾ ਕਿ ਹੁਣ ਕਰਨਾ ਕੀ ਸਹੀ ਹੈ, ਔਰ ਇਸ ਟਾਈਮ ਮੇਰੇ ਕੋਲ ਪਾਵਰ ਕੀ ਹੈ। ਹਾਂ, ਮੈਨੂੰ ਨਾ ਮਾਫ ਕਰਨਾ, ਔਰ ਇੱਕ ਚੀਜ਼ ਹੋਰ ਮੈਂ ਦੱਸ ਦੇਣਾ ਆ, ਕਿਉਂਕਿ ਜਿਹੜਾ ਹੈਗਾ ਆਪਣੇ ਵੱਸ ਦੇ ਵਿੱਚ ਨਹੀਂ ਹੈਗਾ ਕਿ ਆਪਾਂ ਨੇ ਆਪਣੇ ਅੱਗੇ ਕਿਹੜਾ ਕੰਮ ਆਉਣਾ ਹੈ। ਆਪਾਂ ਨੇ ਸੋਚਣਾ ਕੁਛ ਹੈਗਾ ਤੇ ਮਾਲਕ ਨੇ ਕੁਛ ਹੋਰ ਡਿਸਪਲੇ ਕਰਨਾ ਹੈ ਅੱਗੇ। ਕੋਈ ਹੋਰ ਬੰਦਾ ਹੋਰ ਕੋਈ ਆ ਜਾਣਾ ਆਪਣੇ ਅੱਗੇ, ਤੇ ਮਾਲਕ ਜੋ ਚਾਹੁੰਦਾ ਹੈ ਉਹ ਕੰਮ ਕਰਾਂਗੇ। ਉਹ ਜਿਹੜਾ ਹੈਗਾ ਆਪਣੀ ਪ੍ਰਾਇਰਟੀ ਹੈ, ਟੌਪ ਪ੍ਰਾਇਰਟੀ। ਜੋ ਸਾਹਮਣੇ ਆ ਗਿਆ ਉਹ ਪ੍ਰਾਇਰਟੀ ਹੈ, ਮਾਲਕ ਵੱਲੋਂ ਆਇਆ ਹੈ। ਉਹ ਐਗਜ਼ਾਮ ਹੈਗਾ, ਉੱਥੇ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ, ਜੇ ਉੱਥੇ ਫੇਲ ਹੋ ਗਏ ਤੇ ਫਿਰ ਭਾਈ ਆਪਾਂ ਫੇਲੂਅਰ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ ਜੀ, ਇਮਤਿਹਾਨ ਸਾਹਮਣੇ ਆਵੇਗਾ ਤੇ ਉਸ ਇਮਤਿਹਾਨ ਦੇ ਵਿੱਚੋਂ ਪਾਸ ਹੋਣਾ ਹੈ। ਉਹ ਕਿਸੇ ਰੂਪ 'ਚ ਵੀ ਆ ਸਕਦਾ ਹੈ। ਹਾਂ, ਔਰ ਇਹ ਖਾਸ ਕਰਕੇ ਤੁਸੀਂ ਵੇਖਿਆ ਨਾ ਪੁਰਾਣੀਆਂ ਕਹਾਣੀਆਂ ਦੇ ਵਿੱਚ, ਉਹ ਕਹਿੰਦੇ ਸੰਤ ਜੀ ਆ ਕੇ ਤੁਸੀਂ ਸਾਡੇ ਕੋਲੋਂ ਰੋਟੀ ਖਾਓ। ਉਹ ਕਿਤੇ ਕੁੱਤਾ ਆ ਗਿਆ, ਕੁੱਤੇ ਨੂੰ ਡੰਗ ਫੇਰਤੀ, ਕਿਤੇ ਉਹ ਹੋਰ ਕਿਸੇ ਜਾਨਵਰ ਦੇ ਰੂਪ 'ਚ ਆ ਗਿਆ। ਸੋ ਕਹਿਣ ਤੋਂ ਭਾਵ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਇਮਤਿਹਾਨ ਆ ਉਹ ਪਤਾ ਨਹੀਂ ਕਿਸ ਰੂਪ 'ਚ ਹੋ ਜਾਣਾ।
ਰੂਪ ਦਾ ਮਤਲਬ ਕਿ ਸਾਰਾ ਉਹਦਾ ਹੀ ਦੇ ਰੂਪ ਆ। ਬਿਲਕੁਲ ਬਿਲਕੁਲ। ਉਹ ਤਿੰਨਾਂ ਧਰਤੀ, ਪਤਾਲ ਤੇ ਆਕਾਸ਼ ਦੇ ਵਿੱਚ ਉਹੀ ਤੇ ਹੈਗਾ ਵਾ। ਉਸ ਤੋਂ ਬਿਨਾਂ ਹੈ ਕੀ ਆ? ਇਹੋ ਤੇ ਗੱਲ ਆ। ਇਹ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਆਪਣੇ ਆਪ 'ਚ ਸਥਿਰ ਹੋ ਗਏ ਨਾ, ਫਿਰ ਤੁਹਾਨੂੰ ਪਤਾ ਲੱਗ ਜਾਣਾ ਵਾ ਆਪਣੇ ਆਪ। ਫਿਰ ਤੇ ਗਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈਗੀ। ਕਿਉਂਕਿ ਉਹ ਮਨ ਪਵਿੱਤਰ ਹੋ ਗਿਆ। ਮਨ ਪਵਿੱਤਰ ਹੋ ਗਿਆ ਤੇ ਫਿਰ ਕੀ ਆ? ਫਿਰ ਉਹਨੂੰ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਫਿਰ ਉਹ ਅੱਗੇ ਪਿੱਛੇ ਥੋੜੀ ਜਾਂਦਾ ਹੈ ਕਿ ਮੇਰਾ ਕੀ ਹੋਊਗਾ ਤੇ ਮੈਨੂੰ ਪਿੱਛੇ ਕਿਹਨੇ ਕੀ ਕਿਹਾ। ਉਹ ਮੈਟਰ ਨਹੀਂ ਕਰਦਾ, ਕਿਉਂਕਿ ਉੱਥੇ ਹੈਗਾ ਹੀ ਨਹੀਂ। ਉਹ ਤੇ ਵਰਤਮਾਨ ਕਾਲ ਰੂਪੀ ਧਾਰਾ 'ਚ ਹੈ। ਹੁਣ ਜਿੱਦਾਂ ਤੁਹਾਡੀ ਕਾਰ ਦੇ ਵਿੱਚ ਵਾਈਪਰ ਨਹੀਂ ਹੁੰਦਾ, ਉਹ ਵਾਈਪਰ ਦਾ ਕੰਮ ਹੈਗਾ ਵਾ ਜਦੋਂ ਕੋਈ ਡਸਟ ਆ ਜਾਏ ਤੇ ਉਹਨੂੰ ਕਲੀਨ ਕਰਨਾ। ਇਸੇ ਹੀ ਤਰ੍ਹਾਂ ਜਦੋਂ ਤੁਹਾਡੀ ਚੇਤਨਾ ਸ਼ੁੱਧ ਹੋ ਗਈ ਨਾ, ਇਹਦੇ ਤੁਹਾਡੇ ਚਿੱਤ ਦੇ ਜਿਹੜਾ ਚਿੱਤ ਹੈਗਾ, ਚਿੱਤ ਤੇ ਕਿਸੇ ਕਾਲਖ ਨੇ, ਮਲੀਨਤਾ ਨੇ ਟਿਕ ਨਹੀਂ ਪਾਉਣਾ। ਥੋੜੀ ਜਿਹੀ ਆਊਗੀ, ਤੁਸੀਂ ਵਾਈਪਰ ਮਾਰਨਾ, ਨਾਲ ਹੀ ਕਲੀਨ। ਕੋਈ ਚੀਜ਼ ਚਿੱਤ 'ਚ ਉਹਨੂੰ ਫੜ ਨਹੀਂ ਸਕਦੀ। ਚਿੱਤ ਚੱਲਣਾ ਨਹੀਂ ਹੈ ਮੁੜ ਕੇ। ਹੁਣ ਤੇ ਕੋਈ ਚੀਜ਼ ਪ੍ਰਗਟ ਹੁੰਦੀ ਆ, ਵੇਖੋ ਕਿੱਦਾਂ ਰਾਈ ਦਾ ਪਹਾੜ ਬਣ ਜਾਂਦਾ ਹੈ। ਫਿਰ ਉਦੋਂ ਰਾਈ ਦਾ ਪਹਾੜ ਨਹੀਂ ਬਣੇਗਾ, ਉਹ ਰਾਈ ਰਹੇਗੀ, ਮਲਟੀਪਲਾਈ ਨਹੀਂ ਹੋਵੇਗਾ। ਨਿਚਰ ਸਾਹਿਬ ਬਿਲਕੁਲ। ਹਾਂ, ਅੱਗੇ ਚਲਿए ਪਲੀਜ਼। ਅਗਲਾ ਸ਼ਲੋਕ ਆ ਗਿਆ ਪੰਜਵੀਂ ਪਾਤਸ਼ਾਹੀ ਦਾ। ਸ਼ਲੋਕ ਮਹੱਲਾ ਪੰਜਵਾਂ। ਮਹੱਲਾ ਪੰਜਵਾਂ। ਨਾਨਕ ਮਿਤਰਾਈ ਤਿਸ ਸਿਉ ਸਭ ਕਿਛ ਜਿਸਕੇ ਹਾਥ। ਹੁਣ ਦੇਖ ਲਾ ਪਿਆਰਿਆ, ਮਹਾਰਾਜ ਦੇਖੋ, ਮਹਾਰਾਜ ਕਹਿੰਦੇ ਆ ਬੁੱਧੀ ਦੇ ਨਾਲ ਸੋਚ ਵਿਚਾਰ ਕਰਕੇ ਦੇਖ ਲਾ ਮੇਰੀ ਗੱਲ ਨੂੰ। ਬਹੁਤ ਵਜਨ ਹੈ ਇਹਦੇ ਵਿੱਚ। ਦੋਸਤੀ ਕਰਨੀ ਹੈ ਨਾ ਪਿਆਰਿਆ, ਤੇ ਲੱਲੂ ਪੰਜੂ ਨਾਲ ਦੋਸਤੀ ਨਾ ਕਰੀ। ਸਭ ਤੋਂ ਉੱਪਰ ਜਿਹੜਾ ਹੈਗਾ, ਜਿਹਦੇ ਕੋਲ ਪਾਵਰ ਆ, ਜਿਹਦੇ ਕੋਲ, ਉਹਦੇ ਨਾਲ ਦੋਸਤੀ ਕਰੀ। ਜਿਹਦੇ ਕੋਲ ਪੂਰੀ ਪਾਵਰ ਹੈਗੀ ਆ, ਉਹਦੇ ਕੋਲ ਦੋਸਤੀ ਕਰੀ। ਪ੍ਰੈਜ਼ੀਡੈਂਟ ਨਾਲ ਦੋਸਤੀ ਕਰੀ। ਆ ਜਿਹੜੇ ਹੈਗੇ ਸਿਪਾਹੀ, ਥਾਣੇਦਾਰ, ਇਹਨਾਂ ਤੋਂ ਕੀ ਲੈਣਾ ਹੈ? ਮਹੱਲਾ ਪੰਜਵਾਂ। ਨਾਨਕ ਮਿਤਰਾਈ ਤਿਸ ਸਿਉ ਸਭ ਕਿਛ ਜਿਸਕੇ ਹਾਥ। ਔਰ ਉਹ ਕੌਣ ਹੈ? ਉਹ ਪਰਮਾਤਮਾ ਹੈਗਾ। ਸਾਰਾ ਕੁਝ ਪਰਮਾਤਮਾ ਨੇ ਬਣਾਇਆ ਹੈ, ਸਾਰੀ ਪਾਵਰ ਆ। ਔਰ ਆਪਾਂ ਨੂੰ ਕੱਢ ਸਕਦਾ ਹੈ। ਆਪਾਂ ਨੂੰ ਜਦ ਪਾਇਆ ਉਹਨੇ ਆ ਤੇ ਕੱਢ ਵੀ ਸਕਦਾ। ਉਹੀ ਕੱਢੂਗਾ। ਕੁਮਿਤਰਾ ਸਹੀ ਕਾਂਡੀਏ ਇੱਕ ਵਿਖ ਨਾ ਚੱਲਣੇ ਸਾਥ। ਤੇ ਪਿਆਰਿਆ ਦੇਖ ਲਾ, ਤੂੰ ਜਿਨ੍ਹਾਂ ਨਾਲ ਦੋਸਤੀ ਕਰ ਰਿਹਾ ਆ, ਜਿਹੜੇ ਸੋ ਕਾਲਡ ਮਹਾਂਪੁਰਖ ਜਿਹੜੇ ਹੈਗੇ, ਗਿਆਨ ਲੈ ਰਹੇ ਆ, ਜਿਨ੍ਹਾਂ ਦੇ ਨਾਲ ਸਮਾਂ ਦੇ ਰਿਹਾ ਆ, ਚੰਗੀ ਤਰ੍ਹਾਂ ਚੈੱਕ ਕਰ ਲਾ ਕਿਤੇ ਉਹ ਮਿੱਤਰ ਦੀ ਜਗ੍ਹਾ ਕੁਮਿੱਤਰ ਤਾਂ ਨਹੀਂ ਹੈਗੇ। ਤੈਨੂੰ ਜਿਹੜਾ ਖੱਡੇ 'ਚ ਤਾਂ ਨਹੀਂ ਡੇਗ ਰਹੇ। ਕੁਮਿੱਤਰਾ ਸਹੀ ਕਾਂਡੀਏ, ਉਹੀ ਉਹ ਕੁਮਿੱਤਰ ਕਹਿਲਾਏ ਜਾਣਗੇ। ਇੱਕ ਵਿਖ ਨਾ ਚੱਲਣ ਨਾਲ ਸਾਥ। ਇੱਕ ਕਦਮ ਵੀ ਨਹੀਂ ਤੈਨੂੰ, ਤੇਰੇ ਨਾਲ, ਤੇਰੇ ਭਗਤੀ ਮਾਰਗ ਤੇ ਇੱਕ ਕਦਮ ਵੀ ਨਹੀਂ ਅੱਗੇ ਵਧਾ ਸਕੇ। ਉਹ ਤਾਂ ਤੇਰੇ ਮਿੱਤਰ ਥੋੜੀ ਨਾ ਹੋਏ ਪਿਆਰਿਆ। ਤੇਰੇ ਸਵਾਸ ਲੈ ਗਏ, ਤੇਰੀ ਮਨੁੱਖੀ ਜੂਨ ਲੈ ਗਏ। ਉਹ ਤੈਨੂੰ ਕੀ ਮਿਲਿਆ? ਤੈਨੂੰ ਆ ਮਿਲਿਆ ਜੂਨਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਅੰਮ੍ਰਿਤ ਨਾਮ ਨਿਧਾਨ ਹੈ, ਨਹੀਂ ਸੁਪਰ ਸੱਚ। ਨਾਨਕ ਮਿਤਰਾਈ ਤੱਤਾ ਪਹਿਲਾਂ ਬੋਲੋ। ਨਾਨਕ ਮਿਤਰਾਈ ਤਿਸ ਸਿਉ ਸਭ ਕਿਛ ਜਿਸਕੇ ਹਾਥ। ਉਹ ਕਹਿੰਦੇ ਦੋਸਤੀ ਉਹਦੇ ਨਾਲ ਕਰ, ਸਾਰਾ ਕੁਝ ਜਿਹਦੇ ਕੋਲ ਹੈ, ਜਿਹਦੇ ਕੋਲ ਪਾਵਰ ਹੈਗੀ। ਤੇ ਪਰ ਅਸੀਂ ਤੇ ਉਹਦੇ ਨਾਲ ਦੋਸਤੀ ਕਰਦੇ ਆ ਜਿਹਦੇ ਕੋਲ ਸਾਰੇ ਜ਼ਿਆਦਾ ਨੇ, ਜਿਹਦੇ ਕੋਲ ਧਨ ਆ, ਜਾਂ ਜਿਹਦੇ ਕੋਲ ਪਬਲਿਕ ਜ਼ਿਆਦਾ ਜਾਂਦੀ ਹੈ, ਜਿਹਦੇ ਕੋਲ ਪਬਲਿਕ ਜਾ ਰਹੀ ਹੈ। ਹਾਂ, ਅਸੀਂ ਉਹਦੇ ਕੋਲ ਜਾ ਕੇ ਬਹਿ ਜਾਂਦੇ ਆ। ਜਿਹੜਾ ਗੜਬੜ ਹੈ ਉਹ ਬਾਣੀ ਤੇ ਕਹਿੰਦੀ ਆ ਕਿ ਜਿਹਦੇ ਕੋਲ ਮਾੜਾ ਧਨ ਹੈਗਾ ਉੱਥੇ ਵੀ ਨਹੀਂ ਜਾਣਾ। ਜਿਹਦੇ ਕੋਲ ਜਿਨ੍ਹਾਂ ਦੀ ਪਬਲਿਸਿਟੀ ਜ਼ਿਆਦਾ ਹੈਗੀ, ਆਪਾਂ ਤਾਂ ਉਹਦੇ ਕੋਲ ਜਾਂਦੇ ਆ ਭਾਈ। ਜਿਨ੍ਹਾਂ ਦੇ ਚੇਲੇ ਚਪਾਟੇ ਜ਼ਿਆਦਾ ਹੈਗੇ, ਜ਼ਿਆਦਾ ਜਿਹੜੇ ਹੈਗੇ ਆ, ਬਸ ਉਹਨਾਂ ਦੇ ਕੋਲ ਜਾਣਾ ਹੈ ਆਪਾਂ ਨੇ। ਕੁਮਿੱਤਰਾ, ਉਹ ਫਿਰ ਮਿੱਤਰ ਨਹੀਂ ਹੈਗੇ, ਕੁਮਿੱਤਰ ਹੈਗੇ ਭਾਈ। ਗੁਰਬੀਰ, ਓ ਸੌਰੀ ਨਾਨਕ ਮਿਤਰਾਈ। ਹਾਂਜੀ ਵਿੱਚ ਫੋਨ ਆ ਗਿਆ ਸੀ ਕਿਸੇ ਦਾ ਤੇ ਹੁਣ ਮੈਨੂੰ ਆਵਾਜ਼ਾਂ ਮਾਰਦੇ ਆ। 1 ਮਿੰਟ ਰੁਕ ਜਾ। ਹਾਂਜੀ
नानक मित्राई तिस्यों सब किस जिसके हाथ, कुमित्रा से ही काणी है, एक विख ना चलने साथ। बाकी ਜਿਹੜੇ ਹੈਗੇ ਸਾਰੇ ਦੇ ਸਾਰੇ ਜਿਹੜੇ ਹੈਗੇ ਕਿਰਤ ਹੈਗੇ ਉਹ ਕਰਤਾ ਉਹੀ ਹੈ, ਮਿੱਤਰ ਬਣਾਉਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਬਾਕੀ ਉਹਦੀ ਕਿਰਤ ਹੈਗੇ ਆ। ਕਿਰਤ ਕੀ ਕਰ ਸਕਦੀ ਹੈ ਭਾਈ? ਉਹ ਤਾਂ ਆਪਾਂ ਆਲਰੇਡੀ ਕ੍ਰੀਏਟਡ ਹੈਗੇ ਆ, ਆਪਾਂ ਨੂੰ ਤਾਂ ਕਿਸੇ ਨੇ ਬਣਾਇਆ ਹੈ। ਇਸ ਕਰਕੇ ਭਗਤੀ ਉਸ ਮਾਲਕ ਪਰਮਾਤਮਾ ਦੀ ਕਰਨੀ ਹੈ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ ਵਿੱਚ ਨਾ ਕਿਸੇ ਦਾ ਫੋਨ ਜਾ ਆ ਗਿਆ। ਨਹੀਂ ਕੋਈ ਨਹੀਂ, ਉਹ ਠੀਕ ਹੈ ਹੁਣ ਦੋ ਤਿੰਨ ਵਾਰੀ ਟਰਾਈ ਕਰ ਰਿਹਾ ਸੀ ਅਗਲਾ। ਹਾਂ ਉਹ ਹਟਦਾ ਨਹੀਂ ਤੇ ਮੈਂ ਚਲੋ ਕੋਈ ਗੱਲ ਨਹੀਂ। ਤੇ ਇਹ ਠੀਕ ਹੈ ਜੀ। ਹੁਣ ਇੱਥੇ ਬਾਣੀ 'ਚ ਇਹੋ ਸਮਝਾਇਆ ਗਿਆ ਕਿ ਆਪਾਂ ਜਿਹੜੀ ਦੋਸਤੀ ਆ ਪਰਮਾਤਮਾ ਨਾਲ ਰੱਖਣੀ ਹੈ। ਹਾਂ। ਤੇ ਪਰ ਆਪਣੀ ਜਿਹੜੀ ਦੋਸਤੀ ਪਰਮਾਤਮਾ ਨਾਲ ਰੱਖਣੀ ਦਾ ਮਤਲਬ ਇੱਥੇ ਇਹ ਵੀ ਆ ਕਿ ਜਿਹੜੇ ਪਰਮਾਤਮਾ ਨੂੰ ਚਾਹੁੰਦੇ ਨੇ ਜਾਂ ਜਿਹੜੇ ਪਰਮਾਤਮਾ ਜਿੱਦਾਂ ਚਾਹੁੰਦਾ ਉਦਾਂ ਦਾ ਜੀਵਨ ਬਤੀਤ ਕਰ ਰਹੇ ਨੇ, ਉਹ ਵੀ ਪਰਮਾਤਮਾ ਦੀ ਹੀ ਦੋਸਤੀ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਪਰਮਾਤਮਾ ਕਿਤੇ ਹੈਗਾ ਨਹੀਂ। ਜੇ ਕਿਤੇ ਐਵੇਂ ਤੁਸੀਂ ਸੋਚੋ ਤੁਸੀਂ ਪਰਮਾਤਮਾ ਨੂੰ ਡਾਇਰੈਕਟ ਕਿੱਥੋਂ ਦੋਸਤੀ ਕਰ ਲਓ? ਸਭ ਤੋਂ ਪਹਿਲਾਂ ਵੇਖੋ ਕਿ ਇਦਾਂ ਦੇ ਕੋਈ ਲੋਕ ਹੈਗੇ ਤੁਹਾਡੇ ਲਾਗੇ ਬੰਨੇ। ਜੇ ਕੋਈ ਇਦਾਂ ਦਾ ਕਰੈਕਟਰ ਹੈ, ਜੇ ਕੋਈ ਇਦਾਂ ਦਾ ਇਨਸਾਨ ਹੈਗਾ ਜਿਹੜਾ ਬਿਲਕੁਲ ਹੀ ਨਾਰਮਲ ਜੀਵਨ ਬਤੀਤ ਕਰ ਰਿਹਾ ਔਰ ਜਿਹਨੇ ਆਪਣੇ ਜੀਵਨ 'ਚ ਸੱਚ ਰੱਖਿਆ, ਤੁਸੀਂ ਉਹਦੇ ਨਾਲ ਵੀ ਦੋਸਤੀ ਪਾਓ। ਉਹ ਵੀ ਪਰਮਾਤਮਾ ਵਾਂਗੂ ਹੀ ਸਿਸਟਮ ਹੈ, ਉਹ ਵੱਖਰਾ ਨਹੀਂ ਹੈ। ਤੇ ਜੇ ਆਪਾਂ ਕਿਸੇ ਔਗਣ ਦੇ ਭਰੇ ਬੰਦੇ ਨਾਲ ਦੋਸਤੀ ਪਾਉਂਦੇ ਆ, ਇਹ ਬੜੀ ਗੱਲ ਨੂੰ ਪਲੀਜ਼ ਧਿਆਨ ਨਾਲ ਰੱਖਿਓ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸਾਨੂੰ ਉਦੋਂ ਸਮਝਾਈ ਸੀ। ਉਹ ਨਿੱਜਰ ਸਾਹਿਬ ਜਦੋਂ ਰੋਟੀ ਖਾਧੀ ਸੀ ਉਹ ਗਰੀਬ ਦੇ ਘਰੋਂ, ਪ੍ਰੈਕਟੀਕਲ ਕਰਕੇ ਸਮਝਾਈਆਂ ਨੇ ਗੱਲਾਂ। ਕੋਈ ਅੱਜ ਜੋ ਵੀ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ, ਇਹਦਾ ਕਾਰਨ ਆ ਕਿ ਇਹਨਾਂ ਨੇ ਮੈਸੇਜ ਪਬਲਿਕ ਤੱਕ ਪ੍ਰੋਪਰਲੀ ਕਨਵੇ ਨਹੀਂ ਕੀਤਾ। ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਰਸਤਾ ਦਿਖਾਇਆ ਸੀ ਉਹ ਇਹੋ ਹੀ ਆ ਸਭ ਕੁਛ, ਕਿ ਤੁਸੀਂ ਸੱਚਿਆਂ ਦੇ ਨਾਲ ਦੋਸਤੀ ਪਾਓ। ਪਰ ਆਪਣੇ 'ਚ ਕਿੱਥੇ ਹਿੰਮਤ ਆ? ਇੱਥੇ ਕੋਈ ਠੱਗ ਬੰਦਾ ਕਰਪਟ ਆ ਜਾਏ, ਵੇਖੋ ਕਿੱਦਾਂ ਦੁਨੀਆ ਚਿੰਬੜਦੀ ਉਹਨੂੰ, ਸ਼ਾਇਦ ਅਸੀਂ ਉਹਦੇ ਵਰਗੇ ਬਣ ਜਾਈਏ। ਲੋਕਾਂ ਦੀ ਕੋਸ਼ਿਸ਼ ਤੇ ਇਹੋ ਹੁੰਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਏਦਾਂ ਦਾ ਕੋਈ ਵੀ ਸਿਸਟਮ ਨਹੀਂ ਕੀਤਾ। ਉਹ ਕਹਿੰਦੇ ਕਿ ਦੋਸਤੀ ਉਹਦੇ ਨਾਲ ਹੀ ਰੱਖੀ ਆ ਜੋ ਸੱਚਾ ਹੈ, ਜੋ ਮਿਹਨਤ ਕਰ ਰਿਹਾ ਹੈ, ਜੋ ਇਮਾਨਦਾਰ ਹੈ। ਠੀਕ ਹੈ ਜੀ। ਅਗਲੀ ਤੋਂ ਕੋਲ ਨਿੱਜਰ ਸਾਹਿਬ। ਕੁਮਿੱਤਰਾ ਸਹੀ ਕਾਂਡੀਏ, ਇੱਕ ਵਿਖ ਨਾ ਚੱਲੇ ਨਾਲ। ਕਹਿੰਦੇ ਉਹ ਤਾਂ ਭਾਈ ਮਿੱਤਰ ਨਹੀਂ ਆ, ਕੁਮਿੱਤਰ ਆ। ਉਹ ਤਾਂ ਤੇਰੇ ਭੈੜੇ ਮਿੱਤਰ ਹੈਗੇ ਭਾਈ। ਉਹ ਤਾਂ ਤੈਨੂੰ ਜਿਹੜਾ ਹੈਗਾ ਤੇਰਾ ਨੁਕਸਾਨ ਕਰ ਰਿਹਾ ਹੈ। ਉਹੀ ਕਿਹੜੇ ਇੱਕ ਵਿਖ ਨਾ ਚੱਲਣੇ ਨਾਲ। ਕਹਿੰਦੇ ਇੱਕ ਤੇਰੇ ਨਾਲ ਮਾੜਾ ਜਿਹਾ ਵੀ ਤੈਨੂੰ ਅੱਗੇ ਨਹੀਂ ਵਧਾ ਸਕਦੇ, ਤੇਰੇ ਨਾਲ ਤੇਰੀ ਸਹਾਇਤਾ ਨਹੀਂ ਕਰ ਸਕਦੇ। ਹਾਂਜੀ ਵੀਰ। ਹਾਂ ਤੇ ਮੋਸਟਲੀ ਵੇਖੋ ਜਿਹੜੀ ਆਪਣੀ ਦੋਸਤੀ ਆ, ਹੁਣ ਜੇਕਰ ਤੁਸੀਂ ਜਾਣਨਾ ਚਾਹੁੰਦੇ ਜੇ ਆਪਣੇ ਬਾਰੇ ਤੁਸੀਂ ਕਿੱਦਾਂ ਦੇ ਇਨਸਾਨ ਜੋ, ਤੁਸੀਂ ਆਪਣੇ ਦੋਸਤਾਂ ਤੇ ਨਜ਼ਰ ਮਾਰੋ, ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਕਿੱਦਾਂ ਦੇ ਇਨਸਾਨ ਜੋ। ਤੁਸੀਂ ਉਹਨਾਂ ਮਨੁੱਖਾਂ ਦੇ ਨਾਲ ਦੋਸਤੀ ਰੱਖਦੇ ਜੋ ਜਿਨ੍ਹਾਂ ਦੇ ਗੁਣ ਤੁਹਾਡੇ ਨਾਲ ਰਲਦੇ ਆ। ਬਿਲਕੁਲ ਇਹੀ ਗੱਲ ਆ ਗੁਰਕੀ ਸਾਹਿਬ। ਜੇ ਕਿਤੇ ਮੁੰਡਾ ਵਿਆਹੁਣਾ ਹੋਏ, ਕੁੜੀ ਵਿਆਹੁਣੀ ਹੋਏ, ਤੇ ਜਾ ਕੇ ਉਹਨਾਂ ਦੇ ਦੇਖ ਲਓ ਕੋਈ ਕਿੱਥੇ ਉਹਦਾ ਉੱਠਣਾ ਬੈਠਣਾ ਹੈਗਾ, ਉੱਥੋਂ ਸਾਰਾ ਕੁਝ ਪਤਾ ਲੱਗ ਜਾਊਗਾ। ਹਾਂ 101% ਤੁਸੀਂ ਉਦਾਂ ਦੇ ਜੋ। ਤੁਸੀਂ ਉਹਨਾਂ ਹੀ ਬੰਦਿਆਂ ਨਾਲ ਗੱਲਾਂ ਬਾਤਾਂ ਕਰਦੇ ਜੋ ਜਿਹੜੇ ਤੁਹਾਡੇ ਨਾਲ ਚੈਨਲ ਮਿਲਦਾ ਹੈ। ਕਿਉਂਕਿ ਗਲਾਰੀ 'ਚ ਗਲਾਰੀ ਫਿੱਟ ਪਊਗੀ ਨਾ। ਤੇ ਇੱਥੇ ਬਾਣੀ ਜੇ ਕਹਿ ਰਹੀ ਹੈ ਕਿ ਐਸੇ ਦੋਸਤਾਂ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਉਹ ਤੇਰੇ ਅੰਦਰ ਕੋਈ ਗਲਤ ਚੀਜ਼ ਪਾ ਦੇਣਗੇ, ਔਗਣ ਪਾ ਦੇਣਗੇ। ਕਿਉਂਕਿ ਉਹਨਾਂ ਕੋਲ ਤੇ ਥੈਲੇ ਭਰੇ ਪਏ ਨੇ। ਹੁਣ ਤੂੰ ਉਹਨਾਂ ਕੋਲ ਜਾ ਕੇ ਬਵੇਂਗਾ, ਤੇਰੇ ਅੰਦਰੇ ਬੜੇ ਕਮਜ਼ੋਰ ਨੇ, ਤੇਰੇ ਅੰਦਰ ਅਜੇ ਗਿਆਨ ਨਹੀਂ, ਤੇ ਉਹਨਾਂ ਨੇ ਤੈਨੂੰ ਆਪਣੇ ਨਾਲ ਮਿਲਾ ਲੈਣਾ। ਤੇ ਇਸ ਕਰਕੇ ਚੰਗੀ ਸੰਗਤ ਬੜੀ ਇੰਪੋਰਟੈਂਟ ਹੈ। ਸੰਗਤ ਜਿਹੜੀ ਉਹਨੇ ਰੰਗਤ ਲੈ ਕੇ ਆਉਣੀ ਹੈ। ਤੁਸੀਂ ਜਦੋਂ ਮਰਜ਼ੀ ਸੰਗਤ ਕਰੋਗੇ, ਚੰਗੀ ਕੀਤੀ ਤੇ ਚੰਗੇ ਗੁਣ ਪ੍ਰਗਟ ਹੋਣੇ ਆ। ਪਰ ਜੇ ਤੁਸੀਂ ਮਾੜੀ ਸੰਗਤ ਕੀਤੀ ਹੈ ਤੇ ਉਹਨਾਂ ਹਲਚਲ ਤੁਹਾਡੇ ਅੰਦਰ ਕਰ ਜਾਣੀ ਆ। ਜੇ ਤੁਸੀਂ ਵਿਵੇਕੀ ਜੋ, ਸਿਆਣੇ ਜੋ, ਤੁਸੀਂ ਉਹਨੂੰ ਹਜਮ ਕਰੋਗੇ। ਵੇਖਿਆ ਨੀ ਲੜਾਈਆਂ ਜਿਹੜੀਆਂ ਘਰਾਂ 'ਚ ਹੁੰਦੀਆਂ ਨੇ, ਇਹ ਕਾਹਦੀਆਂ ਲੜਾਈਆਂ ਨੇ? ਚੁੱਕਣਾ, ਲੋਕੀ ਵਿੱਚ ਮਸਾਲਾ ਭਰ ਜਾਂਦੇ ਨਿੱਜਰ ਸਾਹਿਬ। ਬਿਲਕੁਲ ਭਰ ਦਿੰਦੇ। ਮਸਾਲਾ ਭਰ ਕੇ ਬੰਦੂਕ ਪੂਰੀ ਫੁੱਲ ਪਾਵਰ ਦੇ ਕੇ ਪ੍ਰੈਸ਼ਰ ਬਣਾ ਕੇ ਆਪ ਚੱਲ ਜਾਂਦੇ ਆ। ਫਿਰ ਵੇਖਦੇ ਆ ਕਿ ਬੰਦੂਕ ਚੱਲੂਗੀ ਕਦੋਂ, ਕਿਉਂਕਿ ਪੰਪ ਤੇ ਮਾਰਿਆ ਨਾ ਅਗਲਿਆਂ ਨੇ। ਇਹ ਸੰਗਤ ਹੈ, ਸੰਗਤ ਇਹੋ ਕਰਦੀ, ਤੁਹਾਨੂੰ ਚੰਗੇ ਮਾਰਗ ਤੇ ਲੈ ਕੇ ਨਹੀਂ ਜਾਣਾ। ਕਿ ਜੇ ਚੰਗੀ ਸੰਗਤ ਹੈ ਉਹਨਾਂ ਕੀ ਕਹਿਣਾ ਕਿ ਆਪਣੇ
ਤੂੰ ਜਿਹੜੀ ਬੰਦੂਕ ਲੋਡ ਕੀਤੀ ਹੈ, ਜਿਹੜੀ ਗੋਲੀ ਵਿੱਚ ਪਾਈ, ਉਹਨੂੰ ਬਾਹਰ ਕੱਢ। ਤੇਰੇ ਅੰਦਰ ਜਿਹੜੀ ਨਫ਼ਰਤ ਦੀ, ਉਹ ਅਗਲਾ ਬੰਦਾ ਤੇ ਬਹੁਤ ਵਧੀਆ। ਉਹ ਤੁਹਾਡੀ ਉਹ ਕੀ ਕਰਦੀ, ਚੰਗੀ ਸੰਗਤ ਕਹੂਗੀ, ਕਿਉਂਕਿ ਉਹਨਾਂ ਨੂੰ ਚੰਗਾ ਹੀ ਦਿਖਦਾ ਹੈ, ਭਾਵੇਂ ਅਗਲਾ ਮਾੜਾ ਵੀ ਹੋਏ ਨਾ। ਇਹ ਜਿਹੜੇ ਬੰਦੇ ਚੰਗੇ ਹੁੰਦੇ, ਇਹਨਾਂ ਨੂੰ ਦੂਜੇ ਬੰਦੇ ਚੰਗੇ ਹੀ ਦਿਖਦੇ ਆ। ਉਹ ਨਹੀਂ ਸੋਚਦੇ ਕਿ ਅਗਲਾ ਮਾੜਾ ਹੈ। ਉਹਨਾਂ ਦੇ ਔਗਣ ਵੀ ਉਹਨਾਂ ਨੂੰ ਨਹੀਂ ਦਿਸਦੇ ਗੋਰਖੀ ਸਾਹਿਬ। ਉਹਨਾਂ ਨੂੰ ਉਹਦੇ ਆਪ ਨਿਰਮਲ ਨੇ ਉਹ। ਹਾਂ, ਉਹਨਾਂ ਨੂੰ ਅਗਲੇ ਦੇ ਵਿੱਚ ਮਾਲਕ ਦਿਖਦਾ ਹੈ, ਮਾਲਕ ਦਿਖਦਾ ਹੈ। ਆਹੋ, ਤੇ ਹੁਣ ਵੇਖੋ ਤੁਹਾਡੇ ਮਨ 'ਚ ਕਿਤੇ ਨਫ਼ਰਤ ਹੋਵੇ ਕਿਸੇ ਪ੍ਰਤੀ, ਤੇ ਜੇ ਕੋਈ ਤੁਹਾਡਾ ਚੰਗਾ ਦੋਸਤ ਹੋਵੇ, ਉਹ ਤੁਹਾਨੂੰ ਕਹਿੰਦਾ ਛੱਡ ਖੜਾ ਯਾਰ, ਦਫਾ ਕਰ, ਤੂੰ ਕੀ ਲੈਣਾ ਦੇਣਾ। ਤੇ ਜੇ ਕੋਈ ਤੁਹਾਡਾ ਦੁਖੀ ਹੋਵੇ, ਤੁਹਾਨੂੰ ਲੜਾਉਣਾ ਚਾਹੁੰਦਾ ਹੋਵੇ, ਉਹ ਕਹੂਗਾ ਕਿ ਤੁਸੀਂ ਕੋ ਪਿੱਛੇ ਝੁਕਣਾ, ਤੁਸੀਂ ਲੜੋ। ਚੱਲ ਹੁਣੇ ਚੱਲੀਏ ਆਪਾਂ, ਹੁਣੇ ਕਰਕੇ ਆਈਏ ਉਹਦਾ ਫੈਸਲਾ। ਹਾਂ, ਤੇ ਪਤਾ ਨਹੀਂ ਮੁੜ ਕੇ ਤੁਹਾਡੇ ਮਗਰੋਂ ਨੇ ਕਦੋਂ ਭੱਜ ਜਾਣਾ, ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ। ਤੁਸੀਂ ਜਾਂ ਉੱਥੇ ਪਹੁੰਚ ਜਾਣਾ। ਔਰ ਇਸੇ ਹੀ ਤਰ੍ਹਾਂ ਲੋਕ ਨਾ ਜਦੋਂ ਗਲਤ ਇਨਫੋਰਮੇਸ਼ਨ ਦਿੰਦੇ ਆ, ਤੇ ਉਹਦੇ ਕਰਕੇ ਬੜੇ ਰਿਸ਼ਤੇ ਟੁੱਟ ਜਾਂਦੇ ਆ। ਜਿਹੜੇ ਰਿਸ਼ਤੇ ਨੇ ਮਜ਼ਬੂਤ ਹੁੰਦੇ ਆ ਨਾ, ਕਿਤੇ ਟੁੱਟ ਨਹੀਂ ਸਕਦੇ। ਹੁਣ ਵੇਖੋ, ਪਿਓ ਪੁੱਤ ਦਾ ਰਿਸ਼ਤਾ, ਮਾਂ ਬਾਪ ਦਾ ਰਿਸ਼ਤਾ ਬੱਚਿਆਂ ਦੇ ਨਾਲ, ਕਿੰਨੇ ਮਜ਼ਬੂਤ ਰਿਸ਼ਤੇ ਨੇ। ਅੱਜ ਦੇ ਰਿਸ਼ਤੇ ਨੇ, ਪਿਓ 2-4 ਗਾਲਾਂ ਵੀ ਕੱਢੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਬੜਾ ਪਾਵਰਫੁਲ ਰਿਸ਼ਤਾ ਹੈ। ਉਹਨੂੰ ਵੀ, ਪੁੱਤਰ ਨੂੰ ਵੀ ਪਤਾ ਹੈ ਕਿ ਕਾਫੀ ਸਟਰੋਂਗ ਹੈ। ਪਰ ਕਈ ਵਾਰੀ ਲੋਕ ਚੁੱਕਣਾ ਦੇ ਕੇ ਤੇ ਉਸ ਰਿਸ਼ਤੇ ਨੂੰ ਕਮਜ਼ੋਰ ਵੀ ਕਰ ਦਿੰਦੇ ਨੇ। ਕਿਉਂ? ਕਿਉਂਕਿ ਉਹ ਸੰਗਤ ਏਦਾਂ ਦੀ ਹੁੰਦੀ ਆ। ਉਹ ਨਹੀਂ ਦੱਸਦੀ ਕਿ ਵੀ ਤੇਰਾ ਪਿਓ ਹੈ, ਪਿਓ ਭਾਵੇਂ ਤੈਨੂੰ ਗਾਲਾਂ ਵੀ ਕੱਢਣ ਦੇ, ਇਹਦੇ ਪਿੱਛੇ ਵੀ ਤੇਰਾ ਕੋਈ ਭਲਾ ਵਾ। ਕਿਉਂਕਿ ਉਹ ਤੇਰਾ ਉਹ ਟੀਚਰ ਆ, ਉਹਨੇ ਤੈਨੂੰ ਸੰਸਾਰ 'ਚ ਲਿਆਂਦਾ ਹੈ, ਔਰ ਉਹ ਤੇਰਾ ਦੁਸ਼ਮਣ ਥੋੜੀ ਹੈਗਾ, ਚਾਹੇ ਉਹ ਕਿਸੇ ਵੀ ਰੂਪ 'ਚ ਹੈ, ਕਿਉਂਕਿ ਉਹ ਤੇਰਾ ਵੈਲ ਵਿਸ਼ਰ ਹੈ। ਇਸੇ ਹੀ ਤਰ੍ਹਾਂ ਕਈ ਤਰ੍ਹਾਂ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਗਿਆ ਕਿ ਜਿਹੜੀ ਸਾਡੀ ਸੰਗਤ ਹੈ ਉਹ ਬਹੁਤ ਇੰਪੋਰਟੈਂਟ ਹੈ। ਔਰ ਖਾਸ ਕਰਕੇ ਸੰਗਤ ਜਿਹੜੀ ਤੁਹਾਨੂੰ ਰੱਬ ਤੋਂ ਤੋੜੇ, ਉਹ ਸੰਗਤ ਦੀ ਵਧੀਆ ਨਹੀਂ ਹੁੰਦੀ। ਤੁਹਾਨੂੰ ਕਵੇ ਕਿ ਛੱਡੋ ਖੜਾ ਹੈ, ਕਿੱਥੇ ਤੁਰੇ ਫਿਰਦੇ ਜੋ, ਇਹ ਲੋਕ ਮਾੜੇ ਨੇ। ਕਿਉਂਕਿ ਆਪ ਤੇ ਵਿਚਾਰੇ ਜਾ ਰਹੇ ਨੇ, ਤੁਹਾਨੂੰ ਵੀ ਨਾਲ ਲੈ ਚਾਹੁੰਦੇ ਕਿ ਨਾਲ ਰਲ ਜਾਓ ਉਹਨਾਂ ਦੇ। ਆਪ ਤੇ ਮਾਰਗ ਤੋਂ ਭਟਕੇ ਨੇ। ਹੁਣ ਵੇਖੋ, ਸੰਗਤ ਵਿੱਚ ਜਾ ਕੇ ਜਦੋਂ ਆਪਾਂ ਕਿਸੇ ਗਲਤ ਸੰਗਤ ਜਾਂਦੇ ਹਾਂ, ਤੇ ਉਹਦੀ ਪਾਵਰ ਹੈ, ਉਹ ਸਾਡੇ ਅੰਦਰ ਆ ਜਾਂਦੀ ਹੈ, ਨੈਗੇਟਿਵਿਟੀ। ਔਰ ਉਹ ਤੁਹਾਡੇ ਮਨ ਚੋਂ ਛੇਤੀ ਜਾਣੀ ਨਹੀਂ ਹੈ। ਜਿਹੜੀ ਚੀਜ਼ਾਂ ਤੁਸੀਂ ਸੁਣਾ ਹੈ, ਜਿਹੜੀਆਂ ਚੀਜ਼ਾਂ ਤੁਸੀਂ ਵੇਖ ਆਏ ਜੋ, ਉਹ ਤੁਹਾਡੇ ਅੰਦਰ ਵੜ ਗਈਆਂ। ਚੰਗੀ ਸੰਗਤ ਦਾ ਅਸਰ ਹੋਣ ਲਈ ਟਾਈਮ ਲੱਗਦਾ ਹੈ, ਪਰ ਬੁਰੀ ਸੰਗਤ ਦਾ ਜਿਹੜਾ ਅਸਰ ਹੈ, ਨਿਜਰ ਸਾਹਿਬ, ਇੰਸਟੈਂਟ ਆ, ਬਹੁਤ ਛੇਤੀ ਅਸਰ ਹੁੰਦਾ। ਬਿਲਕੁਲ ਇੰਸਟੈਂਟ, ਕਿਉਂਕਿ ਚੰਗੀ ਸੰਗਤ ਹੈ ਤੇ ਆਪਾਂ ਨੇ ਜਿਹੜੇ ਹੈਗੇ ਉਚਾਈ ਵੱਲ ਜਾਣਾ ਹੈ ਤੇ ਗੁਣ ਲੈਣੇ ਆ ਭਾਈ। ਉਹਦੇ ਲਈ ਤਾਂ ਚੜ੍ਹਾਈ ਕਰਨੀ ਪਊਗੀ, ਆਪਣੇ ਅੰਦਰ ਧਾਰਨ ਕਰਨੇ। ਮਾੜੀ ਸੰਗਤ ਵਾਸਤੇ ਤਾਂ ਸਵਾਦ ਆ, ਉੱਥੇ ਸਵਾਦ ਪਿਆ ਹੋਇਆ, ਇਮੀਡੀਏਟਲੀ ਕਰ ਲਾਂਗੇ। ਉੱਥੇ ਤੇ ਇੰਦਰੀਆਂ ਦੇ ਭੋਗ ਪਏ। ਅਗਲਿਆਂ ਨੇ ਤੁਹਾਡੀਆਂ ਇੰਦਰੀਆਂ ਨੂੰ ਮਾੜਾ ਜਿਹਾ ਮਤਲਬ ਸਮਝਾਇਆ, ਤੇ ਉਹਨਾਂ ਨੇ ਕਹਿਣਾ ਚਲੋ ਚੱਲੀਏ, ਬਹੁਤ ਵਧੀਆ। ਹਾਂ, ਟੇਸਟ ਕਰਾ ਦੇਣਗੇ ਤੁਹਾਨੂੰ, ਚੱਕ ਕੇ ਯਾਰ ਲੈ ਫੜ। ਤੇ ਚੰਗੀ ਸੰਗਤ ਜਿਹੜੀ ਆ ਉਹ ਉਲਟਾ ਵਾ, ਉਹਨਾਂ ਨੇ ਕਹਿਣਾ ਕਿ ਇੰਦਰੀਆਂ ਦੇ ਭੋਗਾਂ ਨੂੰ ਛੱਡੋ। ਹੁਣ ਤੁਸੀਂ ਦੱਸੋ ਮੰਨਣਾ ਕਿਹਦਾ ਵਾ? ਇੱਕ ਜਿਹੜੇ ਭੋਗ ਤੁਹਾਨੂੰ ਚੰਗੇ ਲੱਗਦੇ ਨੇ, ਜਿਹੜੇ ਤੁਹਾਡੇ ਜੀਵਨ ਦਾ ਬਹੁਤ ਵੱਡਾ ਹਿੱਸਾ ਬਣੇ ਨੇ, ਤੁਸੀਂ ਉਹਦਾ ਕਹਿਣਾ ਮੰਨੋਗੇ, ਤੇ ਜਾਂ ਉਹਦਾ ਮੰਨੋਗੇ ਜਿਹੜਾ ਕਹਿੰਦਾ ਛੱਡ ਦੇ ਜਿਹੜਾ ਭੋਗ, ਜਿੱਥੇ ਮਜ਼ਾ ਆਉਂਦਾ ਤੈਨੂੰ। ਤੇ ਇਸ ਕਰਕੇ ਕੰਮ ਤੇ ਇਹ ਤੇ ਏਦਾਂ ਦੇ ਆ। ਪਰ ਸ਼ੁਰੂ 'ਚ ਜੇਕਰ ਤੁਸੀਂ ਛੱਡੋਗੇ ਨਾ, ਇਹ ਜਿਹੜਾ ਸੁੱਖ ਹੈ ਨਾ, ਉਹ ਸੁੱਖਾਂ ਤੋਂ ਬਹੁਤ ਵੱਡਾ ਹੈ, ਪਰ ਸ਼ੁਰੂ ਤੋਂ ਇੱਕਦਮ ਨਹੀਂ ਮਿਲਦਾ। ਥੋੜਾ ਤੁਸੀਂ ਚੱਲੋਗੇ ਨਾ ਨਿੱਜਰ ਸਾਹਿਬ, ਇਹ ਦੇਖੋ, ਮੈਂ ਇੱਕ ਚੀਜ਼ ਨੂੰ ਦੱਸੋ, ਤੁਰਨਾ ਔਖਾ ਵਾ ਜ਼ਿੰਦਗੀ ਦੇ ਵਿੱਚ ਨਾ। ਜਦੋਂ ਆਪਾਂ ਗਲਤ ਤਰੀਕੇ ਨਾਲ ਕੋਈ ਚੀਜ਼ ਕਮਾਉਂਦੇ ਆ ਨਾ, ਉਹ ਚੀਜ਼ ਲੱਗਦੀ ਬਹੁਤ ਵਧੀਆ ਹੈ, ਪਰ ਉਹ ਏਡੀ ਵਧੀਆ ਨਹੀਂ ਆ। ਉਹ ਟੈਂਪਰੇਰੀ ਹੈ। ਜਦੋਂ ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕਰੋਗੇ ਨਾ, ਪ੍ਰਕਿਰਤੀ ਨੇ ਆਟੋਮੈਟਿਕਲੀ ਤੁਹਾਨੂੰ ਉਹ ਚੀਜ਼ਾਂ ਦੇ ਦੇਣੀਆਂ, ਤੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਏਦਾਂ ਥੋੜੀ ਕਿ ਸੱਚ ਤੇ ਚੱਲਣਾ ਤੁਸੀਂ ਭੁੱਖੇ ਮਰ ਜਾਓਗੇ। ਜੇ ਇਹ ਸਿਸਟਮ ਹੋਵੇ ਤੇ ਧਰਤੀ ਖਤਮ ਹੋ ਜਾਏ ਨਿੱਜਰ ਸਾਹਿਬ। ਪਰਮਾਤਮਾ ਥੋੜੀ ਚਾਹੁੰਦਾ ਵਾ ਕਿ ਕੋਈ ਇਮਾਨਦਾਰ ਹੋਵੇ ਤੇ ਉਹਦੇ ਘਰ ਬਿਲਕੁਲ ਭੁੱਖ ਆ ਜਾਏ, ਗਰੀਬੀ ਆ ਜਾਏ ਅੰਤਾਂ ਦੀ। ਏਦਾਂ ਥੋੜੀ ਹੋ ਸਕਦਾ। ਇਹ ਆ ਕਿ ਉਹਦਾ ਜੀਵਨ ਚੱਲਦਾ ਹੈ, ਪਰ ਐਸ਼ ਊਸ਼ ਨਹੀਂ ਹੈਗੀ, ਬਿਲਕੁਲ ਸਿੰਪਲ ਜੀਵਨ ਚੱਲੂਗਾ, ਪਰ ਉਹ ਆਨੰਦਮਈ ਜੀਵਨ ਆ। ਉਹਦੇ ਗਾੜੀ ਵੱਡੇ ਸੁੱਖ, ਵੱਡੇ ਘਰਾਂ ਦਾ ਕੋਈ ਵੈਲਿਊ ਨਹੀਂ ਹੈਗੀ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਹਾਂਜੀ, ਅੱਗੇ ਚੱਲੀਏ। ਅੱਗੇ ਆ ਗਈ ਪੌੜੀ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਕਹਿੰਦੇ ਦੇਖ, ਸਭ ਤੋਂ ਕੀਮਤੀ ਖਜ਼ਾਨਾ, ਸਾਰਾ ਖਜ਼ਾਨਾ
ਸਾਰੇ ਖਜ਼ਾਨਿਆਂ ਦਾ ਖਜ਼ਾਨਾ ਉਹ ਅੰਮ੍ਰਿਤ ਆ। ਪਰਮੇਸ਼ਰ ਦਾ ਨਾਮ ਵੀ ਉਹਨੂੰ ਕਹਿੰਦੀ ਹੈ ਬਾਣੀ। ਉਹ ਤੇਰੇ ਅੰਦਰ ਪਿਆ ਹੋਇਆ ਔਰ ਤੇਰੇ ਅੰਦਰ ਗੁਪਤ ਹੈਗਾ ਉਹ। ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਵਜਰ ਕਪਾਟ ਲੱਗੇ ਹੋਏ ਆ, ਇਹਨਾਂ ਨੇ ਉਹਨੂੰ ਉਹਦੇ ਉੱਥੇ ਤੱਕ ਜਾਣ ਨਹੀਂ ਦਿੰਦੇ। ਇਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਸਾਧ ਸੰਗਤ ਦੇ ਵਿੱਚ ਮਿਲ ਕੇ, ਬ੍ਰਹਮ ਗਿਆਨੀਆਂ ਦੀ ਸੰਗਤ, ਗੁਰੂ ਦੀ ਸੰਗਤ, ਸਤਿਗੁਰੂ ਦੀ ਸੰਗਤ ਇਹ ਕਰਨੀ ਪਊਗੀ ਭਾਈ, ਤਾਂ ਤੂੰ ਇਹ ਪੀ ਸਕਦਾ ਹੈ। ਇਕੱਲਾ ਤੂੰ ਨਹੀਂ ਪੀ ਸਕਦਾ, ਉਹਦੇ ਵਾਸਤੇ ਤੈਨੂੰ ਗਿਆਨ ਲੈਣਾ ਪਊਗਾ, ਸੰਗਤ ਕਰਨੀ ਪਊਗੀ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਏ ਸਭ ਤਿੱਖਾ ਬੁਝਾਈ। ਦੇਖ ਲਾ, ਉਹਨੂੰ ਸਿਮਰਨ ਕਰਨ ਦੇ ਨਾਲ, ਸਿਮਰਨ ਕੀ ਕਰਨਾ ਹੈ, ਨਾਮ ਦਾ ਸਿਮਰਨ ਕੀ ਕਰਨਾ ਹੈ, ਬਸ ਬਈ ਸਮਰਨ ਹੈ, ਬਈ ਮੈਂ ਧਿਆਨ ਦੇ ਵਿੱਚ ਬੈਠਣਾ ਹੀ ਬੈਠਣਾ। ਆਹ ਹੈ ਜਿਹਨੂੰ ਸਮਰਨ ਹੋ ਗਿਆ, ਜਿਹਦਾ ਧਿਆਨ ਹੈਗਾ, ਜਿਹਨੂੰ ਇਸ ਗੱਲ ਦਾ ਪਤਾ ਹੈ ਬਈ ਆਹ ਕੰਮ ਕਰਨ ਵਾਲਾ ਹੈ, ਮੈਂ ਇਹ ਖੁਦਾਈ ਕਰਨੀ ਹੈ, ਅੰਮ੍ਰਿਤ ਤੱਕ ਪਹੁੰਚਣਾ ਹੈ। ਜਿਸ ਸਿਮਰਤ ਸੁਖ ਪਾਈਏ, ਕਹਿੰਦੇ ਸੁਖ ਪ੍ਰਾਪਤ ਹੁੰਦਾ ਹੈ ਭਾਈ, ਸਾਰੀ ਪਿਆਸ ਬੁੱਝ ਜਾਂਦੀ ਹੈ, ਸਭ ਤਿੱਖਾ ਬੁਝਾਈ। ਆ ਜਿਹੜੀ ਸਾਰੀ ਤ੍ਰਿਸ਼ਨਾ ਹੈ ਪਦਾਰਥਾਂ ਦੀ, ਭੋਗਾਂ ਦੀ, ਮਾਇਆ ਦੀ ਤ੍ਰਿਸ਼ਨਾ ਸਾਰੀ ਬੁੱਝ ਜਾਂਦੀ ਹੈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਈ। ਆਇਆ ਪਰਮਾਤਮਾ ਦੀ ਸੇਵਾ, ਆਇਆ ਗੁਰੂ ਦੀ ਸੇਵਾ, ਉਸ ਗੁਰ ਪਰਮੇਸ਼ਰ ਦੀ ਸੇਵਾ ਆਇਆ ਕਰ, ਇਹਨੂੰ ਤੇਰੀ ਭੁੱਖ ਮਾੜੀ ਜੀ ਵੀ ਨਹੀਂ ਰਹੇਗੀ। ਭੁੱਖ ਰਹੇ ਨਾ ਕਾਈ, ਜਰਾ ਵੀ ਭੁੱਖ ਨਹੀਂ ਰਹਿ ਜਾਏਗੀ, ਰੱਜ ਜਾਏਗਾ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ, ਔਰ ਸਾਰੇ ਤੇਰੇ ਮਨੋਰਥ ਪੂਰੇ ਹੋ ਜਾਣਗੇ। ਦੇਖੋ ਕੀ ਕਹਿ ਰਹੀ ਹੈ ਬਾਣੀ। ਬਾਣੀ ਕੋਈ ਮਨੋਰਥ ਤੇਰਾ ਛੱਡ ਰਹੀ ਹੈ? ਜਿਹੜੇ ਤੂੰ ਕੰਮਾਂ ਦੇ ਵਿੱਚ ਤਰਲੇ ਕੱਢ ਰਿਹਾ ਆ, ਮਰ ਰਿਹਾ ਆ, ਉਹ ਸਾਰੇ ਤੇਰੇ ਕੰਮ ਬਾਣੀ ਆਪੇ ਪੂਰੇ ਕਰ ਦੂਗੀ ਭਾਈ। ਤੂੰ ਆ ਕੰਮ ਕਰ ਪਰਮੇਸ਼ਰ ਦਾ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ, ਔਰ ਤੂੰ ਅਮਰ ਵੀ ਹੋ ਜਾਏਗਾ। ਅਮਰਾ ਪਦ ਬਸ ਅਮਰ ਹੋ ਗਿਆ ਹਮੇਸ਼ਾ ਵਾਸਤੇ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਨਾਈ। ਮਾਲਕਾ ਤੇਰੇ ਬਰੋਬਰ ਦਾ ਤੂੰ ਹੀ ਹੈਗਾ ਆ, ਮੈਂ ਤੇਰੀ ਸ਼ਰਨ ਦੇ ਵਿੱਚ ਆ ਮਾਲਕਾ, ਤੇਰੀ ਸ਼ਰਨ ਦੇ ਵਿੱਚ ਹੈਗਾ ਆ। ਔਰ ਤੂੰ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਆ ਮੇਰੀ ਬੇਨਤੀ ਹੈ, ਮੇਰੇ ਕੋਲੋਂ ਆਹ ਕੰਮ ਜਿਹੜਾ ਹੈਗਾ, ਇਹ ਅੰਮ੍ਰਿਤ ਨਾਮ ਨਿਧਾਨ ਜਿਹੜਾ ਹੈਗਾ, ਇਹ ਮੈਨੂੰ ਜਿਹੜਾ ਹੈਗਾ ਲਭਾ ਦੇ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਉੱਪਰ ਦੇਖੋ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਉਹ ਕਹਿੰਦੇ ਆ ਕਿ ਰਲ ਕੇ ਮਿਲ ਕੇ ਗੁਰਮੁਖਾਂ ਦੀ ਸੰਗਤ ਕਰੋ, ਤੇ ਜਿਹੜਾ ਅੰਮ੍ਰਿਤ ਰੂਪੀ ਨਾਮ ਦਾ ਨਿਧਾਨ ਹੈ, ਨਿਧਾਨ ਦਾ ਮਤਲਬ ਖਜ਼ਾਨਾ, ਉਹਨੂੰ ਪ੍ਰਾਪਤ ਕਰ ਲਓ। ਔਰ ਦੇਖੋ ਇਹ ਰਸ ਹੈ, ਸਾਰੇ ਰਸਾਂ ਦਾ ਰਸ, ਮਿਲ ਪੀਵੋ, ਪੀਣਾ ਹੈ ਇਹਨੂੰ। ਹਾਂਜੀ ਵੀਰ। ਹਾਂ, ਔਰ ਏਦਾਂ ਦਾ ਵਾ ਕਿ ਜਦੋਂ ਤੁਸੀਂ ਇਹਨੂੰ ਬਾਣੀ ਕਹਿੰਦੀ, ਜਦੋਂ ਤੁਸੀਂ ਇਹਨੂੰ ਪੀ ਲਿਆ ਨਾ, ਕਹਿੰਦੇ ਅਵਰ ਰਸ ਬਿਸਰੇ। ਹਾਂ, ਕਿਉਂਕਿ ਦੇਖੋ ਏਦਾਂ ਮਨ ਤੁਹਾਡਾ ਕੋਈ ਏਡਾ ਇੰਟੈਲੀਜੈਂਟ ਨਹੀਂ, ਉਹ ਛੋਟਾ ਜਿਹਾ ਬੱਚਾ ਹੈ। ਜਿੱਦਾਂ ਬੱਚੇ ਕੋ ਆਪਾਂ ਕੋਈ ਚੀਜ਼ ਲੈਨੇ ਆ ਨਾ, ਤੇ ਉਹ ਕਹਿੰਦਾ ਕੁਝ ਦੇ ਦੇ ਤੇ ਲੈ ਲਾ। ਲੈ ਲਾ। ਕੋਈ ਐ ਥੋੜੀ ਕਿ ਦਵੋ ਵੀ ਕੁਝ ਨਾ ਤੇ ਪਹਿਲੀ ਵੀ ਖੋਲੋ, ਮੰਨਦਾ ਅਗਲਾ? ਨਾ। ਉਹ ਇਸੇ ਲਈ ਬਾਣੀ ਚ ਕਿਹਾ ਵਾ ਕਿ ਪਹਿਲਾਂ ਪੀ ਲਓ, ਜਦੋਂ ਪੀ ਲੋਗੇ ਤੇ ਉਸ ਤੋਂ ਬਾਅਦ ਨਜਰ ਸਾਹਿਬ ਕਹਿੰਦੇ ਦੂਜੇ ਰਸ ਜਿਹੜੇ ਹੈਗੇ ਨੇ ਵਿਛੜ ਜਾਣਗੇ, ਉਹ ਤੁਹਾਡੇ ਤੋਂ ਅਲੱਗ ਹੋ ਜਾਣਗੇ। ਇੱਕ ਨਾ ਜਿਹੜੀ ਮਾਫ ਕਰਨਾ, ਮੈਂ ਛੋਟੀ ਜਿਹੀ ਜਿਹੜੀ ਹੈਗਾ ਦੱਸਦਾ। ਇੱਕ ਮੁੰਡਾ ਹੈ ਤੇ ਇੱਕ ਕੁੜੀ ਹੈ, ਛੋਟੇ ਛੋਟੇ ਬੱਚੇ ਹੈਗੇ। ਮੁੰਡਾ ਹੈਗਾ ਤਕਰੀਬਨ 6-7 ਸਾਲ ਦਾ, 7 ਸਾਲ ਦਾ, ਤੇ ਕੁੜੀ ਹੈਗੀ 3-4 ਸਾਲ ਦੀ। ਤੇ ਉਹ ਮੁੰਡੇ ਦੇ ਕੋਲ ਨਾ ਸਾਰੇ ਜਿਹੜੇ ਹੈਗੇ ਉਹ ਖਿਡੌਣੇ ਹੈਗੇ, ਤੇ ਕੁਛ ਦੇ ਹੀ ਨਹੀਂ ਰਿਹਾ, ਨਾ ਉਹ ਬੰਟੇ ਵੀ ਨਹੀਂ ਦੇ ਰਿਹਾ, ਕੋਈ ਹੋਰ ਚੀਜ਼ ਖੇਡਣ ਦੀ ਹੈ ਛੋਟੀਆਂ ਨਹੀਂ ਦੇ ਰਿਹਾ। ਕਹਿੰਦੇ ਮਾਈਨ, ਦਿਸ ਇਜ਼ ਮਾਈਨ। ਉਹ ਕੁੜੀ ਵਿਚਾਰੀ ਤਰਸ ਰਹੀ, ਤੜਫ ਰਹੀ ਹੈ। ਤੇ ਪਿਓ ਨੇ ਕੀ ਕੀਤਾ, ਇੱਕ ਨਾ ਹਵਾਈ ਜਹਾਜ਼ ਜਿਹੜਾ ਹੈਗਾ ਖਿਡੌਣਾ ਲਿਆ ਕੇ ਟੇਬਲ ਤੇ ਰੱਖਤਾ, ਫੱਟ ਦੇਣੀ ਚੁੱਕ ਲਿਆ, ਔਰ ਸਾਰੇ ਦੇ ਸਾਰੇ ਕਹਿੰਦਾ ਕੁੜੀ ਨੂੰ, ਕਹਿੰਦਾ ਆ ਲੈ ਲਾ ਸਾਰੇ ਦੇ ਸਾਰੇ। ਆਇਆ ਭਾਈ ਮਨ। ਹਾਂਜੀ ਵੀਰ ਜੀ। ਹਾਂ, ਮਨ ਕੀ ਕਹਿੰਦਾ ਕਿ ਮਨ ਕਹਿੰਦਾ ਮੈਨੂੰ ਕੁਛ ਮਿਲ ਜੇ, ਔਰ ਮਨ ਦੀ ਖੋਜ ਵੈਸੇ ਅੰਮ੍ਰਿਤ ਦੀ ਹੈ, ਸੁੱਖ ਚਾਹੁੰਦਾ ਹੈ। ਬਿਲਕੁਲ ਸੁੱਖ ਚਾਹੁੰਦਾ, ਹੋਰ ਕੀ ਹੈ। ਪਰ ਇਹ ਹੈ ਕਿ ਇਹਦੀ ਖੋਜ ਜਿਹੜੀ ਗਲਤ ਜਗ੍ਹਾ 'ਚ, ਉਹ ਐਸੀ ਜਗ੍ਹਾ ਤੋਂ ਕਰ ਰਿਹਾ ਜਿੱਥੇ ਇਹਦੀ ਤ੍ਰਿਪਤੀ ਨਹੀਂ ਹੋਣੀ, ਕਿਉਂਕਿ ਮ੍ਰਿਗ ਤ੍ਰਿਸ਼ਨਾ ਹੈ। ਚੀਜ਼ ਦਿਖਦੀ ਆ, ਉੱਥੇ ਸੁੱਖ ਹੈਗਾ, ਔਰ ਸੁੱਖ ਮਿਲਦਾ ਨਹੀਂ। ਤੁਸੀਂ ਵੇਖ ਲਓ ਕਿੰਨੇ ਰਿਸ਼ਤੇ ਆ। ਇੱਕ ਚੀਜ਼ ਆਪ ਸਮਝੋ ਪਲੀਜ਼ ਮੇਰੀ, ਤੁਸੀਂ ਇੱਕ ਪਤਨੀ ਦੇ ਪਿੱਛੇ ਭੱਜੇ, ਇੱਕ ਪਤੀ ਦੇ ਪਿੱਛੇ ਭੱਜੇ, ਇੱਕ ਭੈਣ ਭਰਾਵਾਂ ਦੇ ਪਿੱਛੇ ਭੱਜੇ, ਤੁਸੀਂ ਆਪਣੇ ਬੱਚਿਆਂ ਦੇ ਪਿੱਛੇ ਭੱਜੇ, ਆਖਰ ਤੇ ਵੇਖੋ ਉੱਥੇ ਸੁੱਖ ਥੋੜੀ ਹੈਗਾ। ਨਾ
ਕਿਤੇ ਵੀ ਨਹੀਂ ਹੈ। ਤੁਸੀਂ ਉੱਥੇ ਗਏ ਸੀ, ਮ੍ਰਿਗ ਤ੍ਰਿਸ਼ਨਾ ਤੇ ਹੋਈ ਆ, ਉੱਥੇ ਗਏ ਭੱਜੇ ਸ਼ਹਿਰ ਚ ਸੁੱਖ ਹੈ, ਆਖਰ ਚ ਤੁਹਾਡੀ ਤ੍ਰਿਪਤੀ ਨਹੀਂ ਹੋਈ, ਉਲਟੇ ਬੰਨੇ ਤੇ ਕੁਝ ਹੋਰ ਨਿਕਲਿਆ ਲਾਸਟ ਤੇ। ਸ਼ੁਰੂ ਚ ਠੀਕ ਸੀ, ਜਿਵੇਂ ਆਪਾਂ ਉਹਦੇ ਨਾਲ ਵਿਚਰਦੇ ਗਏ ਇੱਕ ਸਮਾਂ ਆਇਆ ਉਹਨਾਂ ਨੇ ਤੁਹਾਨੂੰ ਬਿਲਕੁਲ ਰਿਜੈਕਟ ਕਰਕੇ ਸਾਈਡ ਤੇ ਰੱਖ ਦੇਣਾ। ਬਿਲਕੁਲ ਗੋਰਖੀ ਸਾਹਿਬ, ਆਪਾਂ ਨੂੰ ਅਟਰੈਕਸ਼ਨ ਹੈਗਾ ਉਹਦੇ ਨਾਲ, ਉਹਨਾਂ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ, ਕਿਉਂਕਿ ਜਿਹੜਾ ਦੂਰੋਂ ਜਿਹੜੇ ਹੈਗੇ ਉਹਨਾਂ ਦੇ ਗੁਣ ਨਜ਼ਰ ਆ ਰਹੇ, ਆਪਾਂ ਨੂੰ ਲੱਗ ਰਹੇ ਆ, ਜਦ ਨੇੜੇ ਗਏ ਤੇ ਉਹਨਾਂ ਦੇ ਅਵਗੁਣ ਵੀ ਸਾਹਮਣੇ ਆ ਜਾਣੇ ਆ, ਫਿਰ ਅੰਦਰੋਂ ਜਿਹੜਾ ਹੈਗਾ ਖਟਾਸ ਪੈਦਾ ਹੋ ਜਾਣੀ। ਹਾਂ, ਫਿਰ ਬੰਦਾ ਬੇਸ਼ਰਮ ਜਿਹਾ ਹੋ ਕੇ ਲੱਗਾ ਰਹਿੰਦਾ ਵਾ, ਗੱਲ ਤੇ ਕੁਛ ਨਹੀਂ ਬਣਦੀ ਕਿਉਂਕਿ ਮੋਹ ਹੈਗਾ ਨਾ ਉੱਥੇ। ਹਾਂ, ਖੁਦ ਪਾਇਆ ਨਾ। ਠੀਕ ਹੈ ਜੀ, ਇੱਥੇ ਆਪਾਂ ਇਹੋ ਚੀਜ਼ ਨੂੰ ਸਮਝੀਏ ਕਿ ਜਿਹੜਾ ਸੁੱਖ ਆ, ਪਰਮ ਆਨੰਦ ਆ, ਪਰਮ ਸੁੱਖ, ਅਖੰਡ, ਉਹਨੂੰ ਕਹਿੰਦੇ ਆ ਅਖੰਡ ਅਵਸਥਾ। ਉਹਨੂੰ ਕਹਿੰਦੇ ਆ ਕਿ ਉਹ ਸੁੱਖ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਇਹ ਤੁਹਾਡੇ ਨਿਰਵਿਚਾਰ ਅਵਸਥਾ ਦੀ ਗੱਲ ਕਰ ਰਹੇ। ਨਿਰਵਿਚਾਰ ਦੇ ਵਿੱਚ ਕੋਈ ਸੁੱਖ ਨਹੀਂ ਤੇ ਕੋਈ ਦੁੱਖ ਨਹੀਂ, ਉੱਥੇ ਕੋਈ ਚੀਜ਼ ਠਹਿਰਦੀ ਨਹੀਂ ਆ, ਕਿਉਂਕਿ ਵਰਤਮਾਨ ਕਾਲ ਆ ਉੱਥੇ। ਉਹ ਇੱਕਦਮ ਸਹਿਜ ਅਵਸਥਾ ਹੈ। ਉਹ ਜਿਹੜਾ ਅਨੁਭਵ ਕਰਨ ਵਾਲਾ ਤੇ ਜਿਹਦਾ ਅਨੁਭਵ ਹੁੰਦਾ ਹੈ ਨਾ, ਉਹ ਦੋਨੋਂ ਇੱਕ ਹੋ ਜਾਂਦੇ ਨੇ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਦ੍ਰਿਸ਼ਟਾ ਤੇ ਦ੍ਰਿਸ਼ ਇੱਕੋ ਹੀ ਹੋ ਜਾਂਦਾ। ਹਾਂ, ਉਹ ਫਿਰ ਉੱਥੇ ਫਿਰ ਜਾਣਾ ਕਿੱਥੇ ਆ? ਜਿੱਥੇ ਜਾਣਾ ਉਹਦੇ ਤੇ ਪਹੁੰਚ ਗਏ ਜੋ ਉੱਥੇ। ਪਰ ਇੰਨਾ ਕਲੋਜ਼ ਜੋ ਤੁਸੀਂ ਪ੍ਰਮਾਤਮਾ ਦੇ ਕਿ ਉਹਦੇ ਤੇ ਤੁਹਾਡੇ ਚ ਕੋਈ ਗੈਪ ਨਹੀਂ ਹੈਗਾ। ਔਰ ਜਦੋਂ ਉਹ ਛੋਟੀ ਜਿਹੀ ਜਿਹੜੀ ਦੀਵਾਰ ਹੈਗੀ, ਤੁਸੀਂ ਉੱਥੋਂ ਅੱਗੇ ਲੱਗ ਜਾਂਦੇ ਤਾਂ ਗੱਲ ਖਤਮ ਹੋ ਗਈ, ਪ੍ਰੋਜੈਕਟ ਕੰਪਲੀਟ ਹੋ ਗਿਆ। ਔਰ ਬਾਕੀ ਸੰਸਾਰ ਬਾਹਰ ਤੇ ਲੱਭਦਾ ਫਿਰਦਾ, ਉੱਥੇ ਤੇ ਹੈਗਾ ਹੀ ਨਹੀਂ ਪਰਮਾਤਮਾ ਸਾਡਾ। ਜਿੱਥੇ ਮੈਂ ਸ਼ੁਰੂ ਹੁੰਦਾ ਨਾ ਚਰਨਜੀਤ, ਜਿੱਥੇ ਮੇਰੀ ਹੋਂਦ ਹੈ ਚੇਤਨਾ ਦੀ, ਉਹਦੇ ਲੱਗੇ, ਉਹਦੇ ਅੱਗੇ ਆ। ਆ ਜਿਹੜੀ ਇੰਦਰੀਆਂ, ਜਿਹੜਾ ਬਾਹਰ ਸਰੀਰ ਹੈ, ਇਹ ਬਹੁਤ ਦੂਰ ਆ ਜਾਂਦੇ ਆ ਆਪਾਂ, ਬਹੁਤ ਦੂਰ। ਇਹ ਦੂਰ ਇੰਨੇ ਆ ਨਾ, ਇੱਥੇ ਤੇ ਹੈ ਹੀ ਨਹੀਂ। ਹਾਂ, ਜਦੋਂ ਅੰਦਰੋਂ ਮਿਲ ਗਿਆ ਨਾ, ਫਿਰ ਬਾਹਰ ਵੀ ਉਹਦਾ ਰੂਪ ਦਿਖਾਈ ਦੇਵੇਗਾ। ਪਰ ਜੇਕਰ ਅੰਦਰੋਂ ਨਹੀਂ ਮਿਲਿਆ ਤੇ ਬਾਹਰੋਂ ਤੁਸੀਂ ਇਹਨੂੰ ਦੇਖ ਵੀ ਰਹੇ ਜੋ, ਅਨੁਭਵ ਵੀ ਕਰ ਰਹੇ ਜੋ, ਤੇ ਉਹ ਤੁਹਾਡੇ ਮਨ ਦਾ ਭਰਮ ਹੈ। ਕਿਉਂਕਿ ਉਹ ਬੇਸਿਕ ਜਿਹੜੀ ਸ਼ੁਰੂਆਤ ਹੋਣੀ ਸੀ ਉਹ ਅੰਦਰੋਂ ਹੋਣੀ ਸੀ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। ਕਰ ਸੇਵਾ, ਹਾਂਜੀ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ। ਆਈ ਆ ਉਸ ਪਰਮਾਤਮਾ ਦੀ, ਗੁਰ ਪਰਮੇਸ਼ਰ ਦੀ ਸੇਵਾ। ਇਹਨੂੰ ਜਿਹੜਾ ਹੈਗਾ ਅੰਮ੍ਰਿਤ ਵਾਸਤੇ ਜਿਹੜਾ ਸਵਾਸ ਲਾਉਣੇ ਤੇ ਆਪਣੇ ਵਿਚਾਰ ਬੰਦ ਕਰਨੇ, ਤੇ ਕਹਿੰਦੇ ਇਹਦੇ ਨਾਲ ਤੇਰੀ ਭੁੱਖ, ਕੋਈ ਭੁੱਖ ਨਹੀਂ ਰਹੂਗੀ ਤੇਰੀ, ਪੂਰਾ ਤ੍ਰਿਪਤ ਹੋ ਜਾਏਗਾ। ਬਿਲਕੁਲ ਠੀਕ ਹੈ ਜੀ। ਜਦੋਂ ਤੁਸੀਂ ਉਹਦੀ ਸੇਵਾ ਕੀਤੀ ਨਾ, ਸੇਵਾ ਕੀਤੀ ਮਤਲਬ ਉਹਦੀ ਭਗਤੀ, ਪਾਰ ਬ੍ਰਹਮ ਦੀ ਗੱਲ ਕੀਤੀ ਹੈ। ਦੇਖ ਲਓ, ਇੱਕ ਬ੍ਰਹਮ ਹੈ ਤੇ ਇੱਕ ਪਾਰ ਬ੍ਰਹਮ ਹੈ। ਹਾਂ, ਪਾਰ ਬ੍ਰਹਮ ਦਿਖਦਾ ਇਹ ਬ੍ਰਹਮ ਆ, ਪਾਰ ਬ੍ਰਹਮ ਗੁਰ ਲਿਖਿਆ। ਇਹਦਾ ਮਤਲਬ ਸਾਰੇ ਗੁਰੂਆਂ ਦਾ ਗੁਰ ਕੰਟਾਲ ਉਹ ਪਰਮੇਸ਼ਰ ਹੈਗਾ, ਸਾਰੇ ਗੁਰੂਆਂ ਦਾ ਗੁਰੂ, ਪਾਰ ਬ੍ਰਹਮ ਗੁਰ। ਹਾਂਜੀ ਵੀਰ ਜੀ। ਪਾਰ ਬ੍ਰਹਮ ਦਾ ਗਿਆਨ ਹੀ ਚਾਹੀਦਾ ਸਾਨੂੰ। ਇਹ ਬ੍ਰਹਮ ਜਿਹਦੇ ਆਪਾਂ ਹੈਗੇ ਆ, ਇਹਦੇ ਇੰਦਰੀਆਂ ਦਾ ਵਿਸ਼ਾ ਹੈ। ਪਾਰ ਬ੍ਰਹਮ ਜਿਹੜਾ ਇਹਦਾ ਕੰਟਰੋਲਰ ਆ, ਜਿਹੜਾ ਇਹਦੇ ਪਿੱਛੇ ਬੈਠਾ, ਬਸ ਉਹਨੂੰ ਜੀਵਨ ਚ ਰੱਖੋ, ਬਸ ਠੀਕ ਹੈ। ਫਿਰ ਅਗਲੇ ਬੰਨੇ ਫਿਰ ਕੀ ਹੋਊਗਾ? ਜੇ ਉਹਨੂੰ ਤੁਸੀਂ ਜੀਵਨ ਚ ਲੈ ਆਓਗੇ, ਫਿਰ ਕਹਿੰਦੇ ਭੁੱਖ ਨਹੀਂ ਰਹਿਣੀ, ਸਾਰੀ ਭੁੱਖ ਖਤਮ ਹੋ ਜਾਊਗੀ। ਤੇਰੇ ਅੰਦਰ ਜਿਹੜੀ ਭੁੱਖ ਹੈ ਨਾ, ਉਹਨਾਂ ਚਿਰ ਤੱਕ ਤ੍ਰਿਪਤ ਨਹੀਂ ਹੋਣੀ ਜਦ ਤੱਕ ਤੇਰੇ ਜੀਵਨ ਚ ਪਾਰ ਬ੍ਰਹਮ ਨਹੀਂ ਆਉਂਦਾ। ਐ ਸੰਸਾਰ ਦੇ ਵਿੱਚ ਤ੍ਰਿਪਤੀ ਨਹੀਂ ਹੈਗੀ। ਬਸ ਤੁਸੀਂ ਕੁਝ ਵੀ ਖਾ ਕੇ ਵੇਖ ਲਓ, ਤੁਸੀਂ ਕੁਝ ਵੀ ਪੀ ਕੇ ਵੇਖ ਲਿਓ, ਤ੍ਰਿਪਤੀ ਨਹੀਂ ਹੈਗੀ। ਤੁਸੀਂ ਸੰਤੁਸ਼ਟ ਨਹੀਂ ਹੋਣਾ, ਕਿਉਂਕਿ ਇੰਦਰੀਆਂ ਦੇ ਭੋਗ ਨੇ ਉਹ। ਤੁਸੀਂ ਭੋਗੀ ਜਾਓ, ਹੋਰ ਪ੍ਰਚੰਡ ਅੱਗ ਹੋਈ ਜਾਣੀ। ਜਿੱਦਾਂ ਲੱਕੜ ਪਾਈ ਜਾਈਦੀ ਨਾ ਅੱਗ ਦੇ ਵਿੱਚ, ਤੇ ਅੱਗ ਵੱਧਦੀ ਜਾਂਦੀ, ਉਸੇ ਤਰ੍ਹਾਂ ਤੁਸੀਂ ਭੋਗਾਂ ਨੂੰ ਭੋਗ ਕੇ ਦੇਖ ਲਿਓ, ਤੁਸੀਂ ਸੰਤੁਸ਼ਟ ਹੋ ਹੀ ਨਹੀਂ ਸਕਦੇ। ਤੁਸੀਂ ਕਹਿਣਾ ਹੋਰ। ਹੁਣ ਸ਼ਰਾਬੀ ਆ, ਇੱਕ ਵਾਰੀ ਪੀ ਕੇ ਤੇ ਉਹਨੂੰ ਪਤਾ ਤਾਂ ਲੱਗ ਗਿਆ ਨਾ ਕੀ ਹੁੰਦਾ, ਬਾਰ ਕਿਉਂ ਜਾਂਦਾ ਉੱਥੇ? ਕਿਉਂਕਿ ਉਹ ਇੰਦਰੀ ਕਹਿੰਦੀ ਹੋਰ ਭੋਗ, ਅੱਗੇ ਤੋਂ ਵੱਧ ਪੀਂਦਾ, ਉਹ ਵਧਾਈ ਜਾਂਦਾ ਕੁਆਂਟੀਟੀ। ਤੇ ਇਹੋ ਚੀਜ਼ ਹੈ। ਠੀਕ ਹੈ ਜੀ, ਅਗਲੀ ਤੋਂ ਬੋਲੋ ਨਿਜਰ ਸਾਹਿਬ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਸਾਰੇ ਮਨੋਰਥ ਪੂਰੇ ਹੋ ਜਾਣਗੇ। ਮਨ ਦੇ ਵਿੱਚ ਕੋਈ ਤੇਰੀ ਕਿਸੇ ਪਾਸਿਓਂ ਕੋਈ ਡਿਮਾਂਡ ਰਹਿ ਹੀ ਨਹੀਂ ਜਾਏਗੀ। ਅਮਰਾ ਪਦ ਪਾਈ ਔਰ ਅਮਰ ਹੋ ਜਾਏਗਾ ਪਾਈ। ਉਹ ਸਟੇਜ ਚੌਥਾ ਪਦ, ਮਾਲਕ ਪਰਮਾਤਮਾ ਦਾ ਸਾਥ ਹੋ ਜਾਏਗਾ, ਮਾਇਆ ਪਾਸੇ ਹੋ ਜਾਊਗੀ। ਮਨੋਰਥ ਪੂਰੇ ਹੋ ਜਾਂਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਸੰਸਾਰ ਦੇ ਰਾਜੇ ਬਣ ਜਾਓਗੇ ਜਾਂ ਸਾਰੇ ਸੁੱਖ ਤੁਹਾਨੂੰ ਮਿਲ ਜਾਣਗੇ। ਇੱਥੇ ਮਤਲਬ ਇਹ ਆ ਕਿ ਜਿਹੜੀ ਅੰਦਰ ਦੀ ਜਿਹੜੀ ਐਵੇਂ ਬਿਨਾਂ ਮਤਲਬ ਦੀ ਕਲਪਨਾ ਸੀ, ਪਰੇਸ਼ਾਨੀ ਸੀ, ਆ ਵੀ ਫੜ ਲਾਂ, ਉਹ ਸ਼ਾਂਤ ਹੋ ਜਾਊਗੀ। ਕਿਉਂਕਿ
ਉਹ ਐਵੇਂ ਮੰਗ ਰਹੀ ਆ, ਬਿਨਾਂ ਮਤਲਬ ਦੀਆਂ ਚੀਜ਼ਾਂ ਦੀ ਡਿਮਾਂਡ ਕਰ ਰਹੀ। ਜਿਹਦਾ ਛੋਟਾ ਬੱਚਾ ਹੈ, ਉਹ ਕੋਲ ਕਾਫੀ ਖਿਲੌਣੇ ਹੈਗੇ ਨੇ, ਉਹਨੂੰ ਹੋਰ ਚਾਹੀਦੇ ਨੇ, ਔਰ ਉਹਦੇ ਨਾਲ ਵੀ ਉਹਨੇ ਖੇਡਣਾ ਨਹੀਂ ਆ। ਫਿਰ ਉਹ ਵੀ ਆ ਗਏ, ਫਿਰ ਉਹਨੂੰ ਛੱਡ ਕੇ ਗਾਂਹ ਤੁਰ ਪੈਣਾ ਹੈ। ਇਹ ਮਨੋਰਥ ਦਾ ਮਤਲਬ ਇਹ ਆ ਕਿ ਆਪਣੇ ਕੋਲ ਬਹੁਤ ਕੁਝ ਹੈਗਾ ਉਹ ਆਲਰੇਡੀ। ਸਾਡੀ ਲੋੜ ਤੋਂ, ਸਾਡੀ ਕਾਬਲੀਅਤ ਤੋਂ ਜ਼ਿਆਦਾ ਪ੍ਰਕਿਰਤੀ ਸਾਨੂੰ ਦਿੰਦੀ ਹੈ। ਜਿੰਨੀ ਮੇਰੀ ਕਾਬਲੀਅਤ ਹੈ ਨਾ, ਉਸ ਤੋਂ ਵੱਧ ਦਿੱਤਾ ਹੈ ਮੈਨੂੰ ਉਹਨੇ। ਪਰ ਇਹ ਮੈਨੂੰ ਕਦੋਂ ਅਹਿਸਾਸ ਹੋਊਗਾ, ਜਦੋਂ ਮੈਂ ਉਸ ਪਰਮਾਤਮਾ ਨੂੰ ਜਾਣ ਲਿਆ। ਇਹ ਨਹੀਂ ਹੈ ਕਿ ਤੁਸੀਂ ਪਰਮਾਤਮਾ ਨੂੰ ਧਿਆਇਆ ਤੇ ਤੁਹਾਡੇ ਜੀਵਨ 'ਚ ਦੁੱਖ ਹੀ ਆ ਜਾਣਗੇ, ਸੁੱਖ ਸਾਰੇ ਖਤਮ ਹੋ ਜਾਣਗੇ। ਏਦਾਂ ਦੀ ਨਹੀਂ ਗੇਮ ਹੈ। ਜਦੋਂ ਤੁਸੀਂ ਸੱਚ ਨੂੰ ਲੈ ਕੇ ਆਂਦਾ ਨਾ ਆਪਣੇ ਜੀਵਨ 'ਚ, ਤੇ ਜੀਵਨ ਦੀ ਕਲੈਰਿਟੀ ਬਹੁਤ ਵੱਧ ਜਾਣੀ ਹੈ। ਤੁਹਾਨੂੰ ਪਤਾ ਲੱਗੇਗਾ ਤੁਸੀਂ ਕੀ ਬੋਲ ਰਹੇ ਹੋ। ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਦੂਸਰਾ ਬੰਦਾ ਕੀ ਬੋਲ ਰਿਹਾ। ਅਜੇ ਨਹੀਂ ਪਤਾ, ਅਜੇ ਤਾਂ ਤੁਹਾਨੂੰ ਆਪਣੇ ਬਾਰੇ ਕੁਝ ਵੀ ਨਹੀਂ ਪਤਾ। ਪਰ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲਿਆ ਨਾ, ਫਿਰ ਸੰਸਾਰ ਦਾ ਹਰ ਰੂਪ ਤੁਹਾਨੂੰ ਪਤਾ ਲੱਗੇਗਾ ਕਿ ਅਗਲਾ ਬੰਦਾ ਕਿਹੜੇ ਸਟੇਸ਼ਨ ਤੋਂ ਬੋਲ ਰਿਹਾ, ਕੀ ਕਹਿਣਾ ਚਾਹੁੰਦਾ। ਜੇ ਮੈਂ ਏਦਾਂ ਕਰਾਂਗਾ ਤੇ ਦੂਜੇ ਬੰਦੇ ਨੂੰ ਕੀ ਮਹਿਸੂਸ ਹੋ। ਤੋ ਇਸ ਕਰਕੇ ਉਹ ਚੀਜ਼ਾਂ ਤੁਸੀਂ ਕਰਨੀਆਂ ਹੀ ਨਹੀਂ, ਕਿਉਂਕਿ ਤੁਹਾਨੂੰ ਖੁਦ ਪਤਾ ਲੱਗ ਜਾਣਾ ਹੈ। ਤੁਸੀਂ ਬੋਲਣ ਤੋਂ ਪਹਿਲਾਂ ਵੀ ਤੁਹਾਡੇ ਅੰਦਰ ਇੰਨੀ ਗ੍ਰਿਪ ਆ ਕਿ ਤੁਸੀਂ ਮਾੜਾ ਲਫ਼ਜ਼ ਅੰਦਰੋਂ ਬਾਹਰ ਨਹੀਂ ਆਉਣ ਦੇਣਾ, ਉਸੇ ਸ਼ਾਂਤ ਹੋ ਜਾਣਾ। ਕਿਉਂ ਸ਼ਾਂਤ ਹੋ ਜਾਣਾ? ਕਿਉਂਕਿ ਤੁਹਾਡੇ ਅੰਦਰ ਰੇਡੀਏਟਰ ਲੱਗ ਜਾਣਾ ਹੈ। ਰੇਡੀਏਟਰ ਵੇਖਿਆ ਨਾ ਇੰਜਨ ਦੇ ਵਿੱਚ, ਇੰਜਨ 'ਚ ਇੱਕ ਰੇਡੀਏਟਰ ਹੁੰਦਾ, ਇੰਜਨ ਦਾ ਪਾਣੀ ਗਰਮ ਜਾਂਦਾ ਉਹਦੇ ਅੰਦਰ, ਉਹ ਠੰਡਾ ਕਰ ਦਿੰਦਾ ਅਗਲਾ। ਉਹਦੇ ਪੱਖਾ ਲੱਗਾ ਹੁੰਦਾ। ਇਸੇ ਤਰ੍ਹਾਂ ਤੁਹਾਡੇ ਅੰਦਰ ਕਿਸੇ ਨੇ ਕੋਈ ਮਾੜੀ ਚੀਜ਼ ਸੁੱਟ ਵੀ ਦਿੱਤੀ, ਮਾੜੇ ਲਫ਼ਜ਼ ਵੀ ਬੋਲ ਦਿੱਤੇ, ਪਰ ਤੁਹਾਡੇ ਅੰਦਰ ਰੇਡੀਏਟਰ ਲੱਗਾ ਹੈ ਸਹਿਣਸ਼ੀਲਤਾ ਦਾ। ਉਹਨੇ ਚੀਜ਼ ਨੂੰ ਠੰਡੀ ਕਰ ਦੇਣਾ ਹੈ। ਅੱਗ ਵੀ ਜੇ ਕੋਲਾ ਵੀ ਤੁਹਾਡੇ ਅੰਦਰ ਸੁੱਟਿਆ ਤੇ ਉਹਨੇ ਐਂ ਸ਼ਾਂਤ ਕਰ ਦੇਣਾ। ਕਿਉਂ ਕਰ ਦੇਣਾ? ਕਿਉਂਕਿ ਉਹ 'ਚ ਗਿਆਨ ਹੈ। ਤੇ ਜਿੰਨਾ ਚਿਰ ਤੱਕ ਉਹ ਅੰਦਰ ਰੇਡੀਏਟਰ, ਉਹਨਾਂ ਚਿਰ ਸਹਿਣਸ਼ੀਲਤਾ ਨਹੀਂ ਪੈਦਾ ਹੁੰਦੀ। ਕਿਉਂਕਿ ਭਗਤੀ ਦੇ ਨਾਲ ਹੀ ਸਹਿਣਸ਼ੀਲਤਾ ਬਣਨੀ ਹੈ, ਓਦਾਂ ਨਹੀਂ ਪੈਦਾ ਹੁੰਦੀ। ਓਦਾਂ ਤੇ ਬੰਦਾ ਤੇ ਮਤਲਬ ਮਾੜਾ ਜਿਹਾ ਸੇਕਾ ਲੱਗਿਆ ਨਿੱਜਾ ਸਾਹਿਬ ਫੁੱਲੇ ਵਾਂਗੂ ਬੰਦਾ ਤੇ ਐ ਪਾੜ ਜਾਂਦਾ। ਤੇ ਉਹ ਜਿਹੜੇ ਗੁਣ ਨੇ, ਉਹ ਗੁਣ ਉਦੋਂ ਆਉਂਦੇ ਨੇ ਜਦੋਂ ਤੁਸੀਂ ਭਗਤੀ ਕਰਦੇ। ਜਦੋਂ ਤੁਸੀਂ ਪਰਮਾਤਮਾ ਦੇ ਕਰੀਬ ਗਏ, ਤੁਹਾਡੇ ਅੰਦਰ ਬੜੀ ਇੱਕ ਨਿਰਮਲ ਧਾਰਾ ਚੱਲੇਗੀ। ਉਸਨੂੰ ਤੋੜਨਾ ਬੜਾ ਔਖਾ ਹੈ, ਉਹਨੂੰ ਭੰਗ ਕਰਨਾ ਬੜਾ ਔਖਾ। ਗੁੱਸਾ ਕਰਨ ਦਾ ਮੌਕਾ ਪੂਰਾ ਹੈਗਾ, ਤੁਸੀਂ ਕਰ ਵੀ ਸਕਦੇ ਹੋ, ਪਰ ਤੁਸੀਂ ਕਰਨਾ ਹੀ ਨਹੀਂ। ਜਾਣਬੁੱਝ ਕੇ ਥੋੜੀ ਤੁਸੀਂ ਆਪਣੇ ਆਪ ਨੂੰ ਰੋਕ ਲਿਆ, ਪਰ ਅੰਦਰੋਂ ਚਿੱਤ 'ਚ ਵਿਚਾਰ ਹੀ ਨਹੀਂ ਆਉਣਾ ਕਿ ਇਹਨੂੰ ਕੁਛ ਕਿਹਾ ਜਾਵੇ। ਤੁਸੀਂ ਕਹਿਣਾ ਛੱਡ ਖੜਾ ਗਿਆ, ਇਹਨੂੰ ਵਿਚਾਰੇ ਨੂੰ ਪਤਾ ਨਹੀਂ। ਏਦਾਂ ਦੀ ਅਵਸਥਾ ਬਣ ਜਾਏਗੀ। ਹੁਣ ਨਹੀਂ ਆਪਾਂ ਛੱਡਦੇ ਨਾ, ਹੁਣ ਤਾਂ ਆਪਾਂ ਕਿੱਥੇ ਮਾਫ਼ ਕਰਦੇ ਹਾਂ। ਆਪਾਂ ਤੇ ਕਹਿੰਦੇ ਇਹਨੂੰ ਕਦਾ ਮਾਫ਼ ਕਰੀਏ, ਪਰ ਮਾਫ਼ ਕਰਨ ਦਾ ਮਤਲਬ ਉਹ ਕਰ ਨਹੀਂ ਰਿਹਾ। ਉਹਦਾ ਚਿੱਤ ਸ਼ਾਂਤ ਹੋਇਆ ਪਿਆ। ਉਹ ਅੰਦਰ ਕੋਈ ਚੀਜ਼ ਨਹੀਂ ਹੈਗੀ ਜਿਹਨੂੰ ਚੀਜ਼ ਵੱਜੇ ਆ ਕੇ। ਤੇ ਜਿੱਦਾਂ ਕੋਈ ਦੀਵਾਰ ਹੈ ਨਾ, ਦੀਵਾਰ ਤੇ ਆਪਾਂ ਫੁੱਟਬਾਲ ਮਾਰਦੇ ਹਾਂ ਨਾ, ਉਹ ਵੱਜ ਕੇ ਤੇ ਵਾਪਸ ਨਹੀਂ ਆਉਂਦੀ ਫੁੱਟਬਾਲ ਆਪਣੇ ਵੱਲ। ਪਰ ਇਸ ਬੰਦੇ ਦੇ ਅੰਦਰ ਦੀਵਾਰ ਨਹੀਂ ਹੈਗੀ। ਕਿਉਂ? ਕਿਉਂਕਿ ਇਹਦਾ ਅੰਦਰ ਜਿਹੜਾ ਅਸਮਾਨ ਵਰਗਾ ਬਣ ਗਿਆ ਹੈ। ਜਿਹੜੀ ਚੀਜ਼ ਸੁੱਟੀ ਅੰਦਰ ਹੀ ਰਹਿ ਗਈ ਨਿੱਜਾ ਸਾਹਿਬ, ਬਾਹਰ ਨਹੀਂ ਆਉਂਦੀ। ਉਹ ਆਪ ਸਮਝੋ ਨਾ, ਆਪਾਂ ਨੂੰ ਨਾਰਮਲੀ ਕੋਈ ਗੱਲ ਆਪਣੇ ਅੰਦਰ ਵੱਜਦੀ ਹੈ ਨਾ, ਤੇ ਆਪਾਂ ਇਹਦਾ ਢੋਲ ਵਾਂਗੂ ਵਜਾਉਂਦੇ ਆ, ਫਿਰ ਉਹਨੂੰ ਰਿਐਕਸ਼ਨ ਲੋਕਾਂ ਨੂੰ ਦੱਸੀ ਜਾਂਦੇ, ਦੇ ਜਾਂਦੇ ਲੋਕਾਂ ਨੂੰ ਪ੍ਰਸ਼ਾਦਾ। ਪਰ ਬ੍ਰਹਮ ਗਿਆਨੀ ਏਦਾਂ ਨਹੀਂ ਕਰਦਾ। ਉਹਦੇ ਅੰਦਰ ਜਿਹੜੀ ਚੀਜ਼ ਗਈ ਅੰਦਰ ਹੀ ਰਹਿ ਗਈ। ਬਹੁਤ ਵੱਡਾ ਹੈ ਅੰਦਰੋਂ, ਬਹੁਤ ਕੈਪੈਸਿਟੀ ਉਹਦੇ ਅੰਦਰ। ਉਹ ਸੰਸਾਰੀ ਮਨੁੱਖ ਵਾਂਗੂ ਨਹੀਂ ਕਿਰਿਆ ਕਰਦਾ, ਇੱਕਦਮ ਡਿਫਰੈਂਟ ਹੈ। ਕਿਉਂਕਿ ਬ੍ਰਹਮ ਦੇ ਨਾਲ ਜੁੜ ਗਿਆ। ਉਹਦੀ ਲਿਮਟ ਬੜੀ ਹੈ। ਇਹਦਾ ਸਮੁੰਦਰ ਦੀ ਕੋਈ ਲਿਮਟ ਨਹੀਂ ਨਾ, ਕਿੰਨਾ ਪਾਵਰਫੁਲ ਹੈ ਉਹ। ਉਸੇ ਤਰ੍ਹਾਂ ਜਦੋਂ ਕੋਈ ਨਦੀ ਸਮੁੰਦਰ 'ਚ ਜਾਂਦੀ ਹੈ, ਉਹ ਸਮੁੰਦਰ ਦਾ ਰੂਪ ਹੋ ਕੇ ਉਹਦੀ ਕੈਪੈਸਿਟੀ ਉਹਦੇ 'ਚ ਆ ਜਾਂਦੀ ਹੈ। ਨਦੀ 'ਚ, ਨਦੀ ਸਮੁੰਦਰ ਹੋ ਗਈ। ਇਸੇ ਤਰ੍ਹਾਂ ਜਿਹੜੇ ਆ ਸਾਡੇ ਸਗਲ ਮਨੋਰਥ ਜਿਹੜੇ ਪੂਰੇ ਹੋ ਜਾਂਦੇ, ਤੇ ਫਿਰ ਕਿਹੜਾ ਪਦ ਮਿਲ ਜਾਂਦਾ? ਅਮਰਾ ਪਦ। ਅਮਰ ਦਾ ਪਦ ਮਤਲਬ ਤੁਸੀਂ ਅਮਰ ਹੋ ਜਾਓਗੇ। ਆਤਮਕ ਅਵਸਥਾ ਜਿਹਨੂੰ ਕੋਈ ਹਿਲਾ ਨਹੀਂ ਸਕਦਾ। ਪ੍ਰਕਿਰਤੀ ਸਰੀਰ ਦੀ ਕੈਦ ਚੋਂ ਵੱਖ ਹੋ ਜਾਓਗੇ ਬਸ। ਹਾਂ, ਤੁਸੀਂ ਜਿੰਦੇ ਜੀ ਮੁਕਤ ਹੋ ਜਾਣਾ। ਬਾਣੀ 'ਚ ਕਹਿਣਾ ਅਸੀਂ ਮਰਨੀ ਜੋ ਮਰੇ ਬੋੜ ਨਾ ਮਰਨਾ ਹੋਵੇ। ਉਹ ਕੰਮ ਹੋ ਗਿਆ। ਮਰਨੀ ਦਾ ਮਤਲਬ ਇਹੋ ਹੀ ਆ ਕਿ ਹਉਮੈ ਮਾਰ ਲਈ ਆ। ਬਿਲਕੁਲ ਹਉਮੈ ਮਾਰ ਲਈ। ਆਪਾਂ ਹੈ ਨਹੀਂ ਗੇ, ਬਸ ਆਪਾਂ ਨਹੀਂ ਹੈਗੇ। ਮੈਂ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਥੇ। ਜੋ ਕੁਛ ਵੀ ਹੈਗਾ ਮਾਲਕ ਪਰਮਾਤਮਾ ਹੀ ਹੈਗਾ। ਮੈਂ ਵੀ, ਮੇਰੇ ਅੰਦਰ ਜਿਹੜਾ ਹੈਗਾ ਉਹ ਵੀ ਉਹੀ ਮਾਲਕ ਪਰਮਾਤਮਾ ਹੈਗਾ। ਮੈਂ ਜਿੰਨਾ ਵੀ ਪਾਣੀ ਹੈਗਾ ਸਮੁੰਦਰ ਚੋਂ ਆਇਆ ਵਾ। ਆ ਬੂੰਦ ਬੰਦ, ਕੋਈ ਬੂੰਦ ਬੰਦ ਨਹੀਂ ਹੈਗੀ। ਇਹ ਸਭ ਸਮੁੰਦਰ ਹੀ ਆ ਨਿੱਜਰ ਸਾਹਿਬ। ਨਦੀਆਂ ਨਹੀਂ ਹੈਗੇ, ਕੋਈ ਛੱਪੜ ਨਹੀਂ ਹੈਗੇ। ਜਿੰਨਾ ਵੀ ਪਾਣੀ ਆ ਸਾਰਾ ਸਮੁੰਦਰ ਦਾ। ਤੇ ਜਦੋਂ
ਜਦੋਂ ਜਦ ਤੱਕ ਮੈਂ ਸਮਝਦਾ ਵਾਂ ਫਿਰ ਮੈਂ ਬੂੰਦ ਆਪਣੀ ਹੋਂਦ ਬਣਾ ਲੈਂਦਾ ਵਾਂ ਹੋਮੇਜ ਦੇ ਵਿੱਚ ਆ ਕੇ। ਤੇ ਜਦੋਂ ਅਸੀਂ ਭਗਤੀ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਬੂੰਦ ਤੋਂ ਮੁਕਤੀ ਮਿਲਦੀ ਆ ਕਿ ਮੈਂ ਬੂੰਦ ਨਹੀਂ, ਮੈਂ ਤੇ ਸਾਗਰ ਹਾਂ। ਇਹ ਨਹੀਂ ਕਿ ਆਪਾਂ ਮੈਂ ਕਹਿਤਾ ਤੇ ਤੁਸੀਂ ਸੁਣ ਲਿਆ ਤੇ ਤੁਹਾਡੇ ਅੰਦਰ ਅਸਰ ਹੋ ਜਾਣਾ। ਇਹ ਅਵਸਥਾ ਅਨੁਭਵ ਦਾ ਵਿਸ਼ਾ ਹੈ। ਤੁਸੀਂ ਅਨੁਭਵ ਕਰੋਗੇ ਤਾਂ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਏ। ਕਹਿਣ ਸੁਣਨ ਦੀ ਗੱਲ ਨਹੀਂ ਹੈਗੀ, ਇਹ ਅਨੁਭਵ ਦਾ ਵਿਸ਼ਾ ਹੈ। ਬਾਕੀ ਦੱਸਣ ਦਾ ਹੋਰ ਕੋਈ ਤਰੀਕਾ ਨਹੀਂ ਹੈਗਾ। ਇਹ ਅਨੁਭਵ ਕਰੋਗੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਕਿ ਮੇਰਾ ਇੰਨਾ ਹਿਰਦਾ ਵਿਸ਼ਾਲ ਕਿਉਂ ਹੋ ਗਿਆ। ਪਹਿਲਾਂ ਤਾਂ ਛੋਟੀ ਮੋਟੀ ਗੱਲ ਸੀ, ਅੰਦਰ ਟਿਕਦੀ ਨਹੀਂ ਸੀ, ਐਂ ਭੁੜਕੀ ਜਾਂਦੀ ਸੀ ਢਿੱਡ ਦੇ ਅੰਦਰ। ਜਦੋਂ ਗੈਸ ਹੋ ਗਈ ਹੈ, ਫੂ ਹੋ ਗਈ ਹੈ, ਤੇ ਹੁਣ ਮੈਨੂੰ ਕਈ ਗੱਲਾਂ ਕਹਿ ਦਿੰਦੇ ਨੇ ਲੋਕ, ਮਾੜੀਆਂ ਵੀ ਕਹਿ ਦਿੰਦੇ ਆ, ਪਰ ਮੇਰੇ ਚਿੱਤ 'ਚ ਕੋਈ ਐਕਸ਼ਨ ਕਿਉਂ ਨਹੀਂ ਹੁੰਦਾ? ਹੁਣ ਸਭ ਕੁਝ ਅੰਦਰ ਸ਼ਾਂਤ ਕਿਉਂ ਹੋ ਗਿਆ? ਦੇਖ ਕੇ ਅੰਡਿਟ ਕਿਉਂ ਕਰ ਰਿਹਾ ਮੈਂ? ਮੈਨੂੰ ਦਿਖਦਾ ਵੀ ਪਿਆ ਕਿ ਇਹ ਬੰਦੇ 'ਚ ਔਗਣ ਹੈਗਾ, ਪਰ ਫਿਰ ਵੀ ਉੱਤੇ ਗੁੱਸਾ ਕਿਉਂ ਨਹੀਂ ਆਉਣ ਦਿਆ? ਪਹਿਲਾਂ ਕਿਉਂ ਆ ਜਾਂਦਾ ਹੈ? ਇਹ ਤੁਹਾਡੇ ਅੰਦਰ ਅਵਸਥਾ ਬਣੇਗੀ, ਫਿਰ ਤੁਸੀਂ ਆਪੇ ਚੀਜ਼ ਨੂੰ ਸਮਝੋਗੇ। ਅਗਲੀ ਤੋਂ ਕੋਲੋਂ ਨਿਜਾ ਸਾਹਿਬ, ਤੁਹਾਡੇ ਜੇਵੜ ਵੱਡਾ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ। ਤੇਰੇ ਵਰਗਾ ਹੇ ਮਾਲਕਾ ਤੂੰ ਹੀ ਹੈਗਾ ਆ, ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਤੇ ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ, ਔਰ ਤੇਰੀ ਸ਼ਰਨ ਦੇ ਵਿੱਚ ਜਿਹੜਾ ਹੈਗਾ ਮੈਂ ਇਹ ਭਗਤੀ ਕਰਨ ਲੱਗਾ ਹੈ, ਤੇ ਤੂੰ ਮਿਹਰ ਕਰਨੀ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਪਰਮਾਤਮਾ ਹੀ ਹੈਗਾ ਜੀ, ਹੋਰ ਉਸ ਤੋਂ ਇਲਾਵਾ ਤਾਂ ਕੁਛ ਨਹੀਂ ਜੀ ਹੈਗਾ। ਤੇ ਉਹ ਕਹਿੰਦੇ ਕਿ ਤੇਰੇ ਵਰਗਾ ਤੂੰ ਹੀ ਹੈ, ਹੋਰ ਕੋਈ ਨਹੀਂ ਹੈ, ਤੇ ਮੈਂ ਤੇਰੀ ਸ਼ਰਨਾਈ ਦੇ ਵਿੱਚ ਆ ਚੁੱਕਿਆ, ਤੇਰੀ ਸ਼ਰਨ 'ਚ ਆ ਗਿਆ। ਔਰ ਜਦ ਤੱਕ ਤੁਸੀਂ ਪਰਮਾਤਮਾ ਦੀ ਸ਼ਰਨ 'ਚ ਨਹੀਂ ਜਾਂਦੇ, ਇਹ ਕੰਮ ਰੁਕਣਾ ਨਹੀਂ ਜੀ। ਇਹ ਜਿਹੜਾ ਜੀਵਨ ਆ, ਇਹ ਜਿਹੜੀ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ, ਜਿਹੜੀ ਐਂਡਲੈਸ ਜਰਨੀ ਆ, ਇਹ ਖਤਮ ਨਹੀਂ ਹੋਵੇਗੀ, ਇਹ ਸਟਾਪ ਨਹੀਂ ਹੋਣੀ। ਕਿਉਂਕਿ ਔਰ ਇਹਨੂੰ ਖਤਮ ਕਰਨ ਦਾ ਨਿਜਰ ਸਾਹਿਬ ਇੱਕੋ ਹੀ ਤਰੀਕਾ, ਤੁਹਾਨੂੰ ਸ਼ਰਨ 'ਚ ਜਾਣਾ ਪਊਗਾ ਜੀ। ਤੁਮ ਸ਼ਰਨਾਈ ਆਇਆ ਠਾਕੁਰ, ਤੁਮ ਸ਼ਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ, ਜਬ ਤੇਰਾ ਦਰਸ਼ਨ ਪਾਇਆ। ਦਰਸ਼ਨ ਪਾ ਲਿਆ ਤੇ ਉਹਦੇ ਸਾਰੇ ਸੰਸ਼ੇ ਖਤਮ ਹੋਏ ਨੇ। ਸੰਸ਼ੇ ਜੇ ਹੈਗੇ ਹੋਰ ਸਾਨੂੰ ਕੀ ਕਨਫਿਊਜ਼ਨ ਕ੍ਰੀਏਟ ਕਰਕੇ ਬੈਠੇ ਆ। ਹਾਂਜੀ ਨਿਜਰ ਸਾਹਿਬ, ਆਪ ਕੀ ਕਹਿ ਰਹੇ ਸੀ? ਮੈਂ ਕਹਿ ਰਿਹਾ ਸੀਗਾ ਕਿ ਪਰਮਾਤਮਾ ਦੀ ਸ਼ਰਨ ਦਾ ਮਤਲਬ ਇਹ ਹੈਗਾ ਬਈ, ਦੇਖੋ ਮਾਲਕ ਨੇ ਮਾਇਆ ਪਾਈ, ਜੇ ਉਹਦੀ ਸ਼ਰਨ 'ਚ ਨਹੀਂ ਹੈਗੇ ਆਪਾਂ, ਤੇ ਫਿਰ ਜਿਹੜੀ ਹੈਗੀ ਆਪਾਂ ਡੁਐਲਿਟੀ ਜਿਹੜੀ ਹੈ, ਜਿਹੜੀ ਚੀਜ਼ ਜਿਹੜੀ ਆ ਉਹਨੇ ਦੁਬਿਧਾ ਜਿਹੜੀ ਹੈਗੀ, ਜਿਹੜੀ ਉਹਨੇ ਦੂਸਰੀ ਜੋ ਮਾਇਆ ਪੈਦਾ ਕੀਤੀ ਹੈ, ਧੋਖਾ ਹੈਗਾ ਜਿਹੜਾ ਆਪਾਂ ਨੂੰ ਫਸਾਉਣ ਵਾਸਤੇ, ਫਿਰ ਆਪਾਂ ਫਸੇ ਰਵਾਂਗੇ ਉਹਦੇ ਵਿੱਚ। ਤੇ ਜੇ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਮਾਲਕ ਦਾ ਧੋਖਾ ਹੈਗਾ, ਤੇ ਮਾਲਕ ਦੀ ਸ਼ਰਨ 'ਚ ਆ ਗਏ। ਮਾਲਕਾ ਮੈਨੂੰ ਪਤਾ ਲੱਗ ਗਿਆ ਬਈ ਇੱਧਰ ਵੀ ਤੂੰ ਹੀ ਹੈਗਾ, ਇੱਧਰ ਵੀ ਮੈਂ ਤੇਰੀ ਸ਼ਰਨ 'ਚ ਆ ਗਿਆ, ਮੈਂ ਹੁਣ ਤੇਰੇ ਨਾਲ ਰਹਿਣਾ, ਇਹਦੇ ਨਾਲ ਨਹੀਂ ਰਹਿਣਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹਦੀ ਸ਼ਰਨ 'ਚ ਜਾਣਾ ਹੈ, ਤੇ ਉਹਦੀ ਸ਼ਰਨ 'ਚ ਜਾਣ ਦਾ ਇੱਕ ਤਰੀਕਾ ਭਗਤੀ, ਬਸ ਗਿਆਨ, ਧਿਆਨ ਤੇ ਕਰਮ। ਜਿਵੇਂ ਜਿਵੇਂ ਤੁਸੀਂ ਇਹਨਾਂ ਤਿੰਨਾਂ ਦਾ ਬੈਲੈਂਸ ਕੀਤਾ, ਆਟੋਮੈਟਿਕਲੀ ਤੁਸੀਂ ਉਹਦੇ ਚਰਨਾਂ 'ਚ ਚੱਲ ਜਾਣਾ। ਇਹ ਕੋਈ ਪੁੱਛਣ ਦੀ ਲੋੜ ਨਹੀਂ। ਇਹ ਤਿੰਨ ਚੀਜ਼ਾਂ ਹੈਗੀਆਂ, ਤਿੰਨਾਂ ਦਾ ਇਕੱਠਾ ਆਪਾਂ ਚਲਾਉਣਾ ਹੈ, ਇਹ ਜਿਹੜਾ ਰੱਥ ਬਣਨਾ, ਔਰ ਇੱਕ ਦਿਨ ਆਪਾਂ ਮੰਜ਼ਿਲ ਤੇ ਪਹੁੰਚ ਜਾਣਾ। ਸਾਨੂੰ ਵੀ ਨਹੀਂ ਪਤਾ ਲੱਗਣਾ, ਤੁਹਾਨੂੰ ਵੀ ਨਹੀਂ ਪਤਾ ਲੱਗਣਾ ਤੁਸੀਂ ਬ੍ਰਹਮ ਕਦੋਂ ਹੋ। ਬਿਲਕੁਲ ਠੀਕ ਹੈ ਨਿਜਰ ਸਾਹਿਬ, ਅੱਜ ਦੀ ਵਿਚਾਰੇ। ਹਾਂ, ਔਰ ਦੂਸਰੀ ਚੀਜ਼ ਹੈ, ਜ਼ਿਆਦਾ ਆਪਾਂ ਗੋਰਖੀ ਸਾਹਿਬ ਜ਼ਿਆਦਾ ਆਪਾਂ ਚੱਲਣ ਲੱਗ ਗਏ ਨਾ, ਜ਼ਿਆਦਾ ਆਪਾਂ ਨੇ ਐਕਸ਼ਨ ਕਰ ਲਈ, ਜ਼ਿਆਦਾ ਆਪਾਂ ਨੇ ਜਿਹੜਾ ਹੈਗਾ ਆਪਣੇ ਗਿਆਨ, ਧਿਆਨ ਤੇ ਕਰਮ, ਜ਼ਿਆਦਾ ਆਪਾਂ ਭਗਤੀ ਸ਼ੁਰੂ ਕਰ ਲਈ, ਤੇ ਗਿਆਨ ਵੀ ਆ ਜਾਣਾ ਹੈ ਤੇ ਧਿਆਨ ਵੀ ਆ ਜਾਣਾ। ਆਪਣੇ ਆਪ ਸਾਰੀ ਚੀਜ਼ ਆਪਣੇ ਆਪ ਆਪਾਂ ਨੂੰ ਜਿਹੜੀ ਹੈਗੀ ਆ, ਉਹ ਮਾਲਕ ਨੇ ਆਪਣੇ ਆਪ ਜਿਹੜਾ ਹੈਗਾ ਗਾਈਡੈਂਸ ਮਿਲ ਜਾਣੀ ਆ ਆਪਾਂ ਨੂੰ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਜਦੋਂ ਹੀ ਚੱਲ ਪਏ ਤਾਂ ਆਟੋਮੈਟਿਕਲੀ ਹੀ ਕੰਮ ਜਿਹੜਾ ਉਹ ਕੰਪਲੀਟ ਹੋ ਜਾਣਾ। ਸਹੀ ਹੈ ਜੀ। ਅੱਜ ਦੀ ਵਿਚਾਰੇ ਥੇ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ਼ ਕਰੋ। ਕਿ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾਂ ਸੰਗੀਤ ਹੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ